ਤੁਹਾਡਾ ਨਾਂ ਤੇ ਅੱਜ ਦੀ ਤਾਰੀਖ? ਮੇਰਾ ਨਾਂ ਜੀ ਰੇਸ਼ਮ ਸਿੰਘ। ਅੱਜ ਤਰੀਕ ਹੈਗੀ ਜੁਲਾਈ 13 2014। ਤੁਸੀਂ 84 ਵਿੱਚ ਕਿੰਨੇ ਸਾਲ ਦੇ ਸੀ? 28 ਸਾਲ ਦੇ। ਤੇ ਕੀ ਕੰਮ ਸੀ ਉਸ ਸਮੇਂ? ਬਿਜ਼ਨਸ ਕਰਦੇ ਸੀ ਜਲੰਧਰ ਦੇ ਵਿੱਚ। ਹਾਂਜੀ। ਤੇ ਜੂਨ 84 ਵਿੱਚ ਜਦ ਅਟੈਕ ਹੋਇਆ ਸੀ ਹਰਿਮੰਦਰ ਸਾਹਿਬ ਤੇ, ਉਸ ਸਮੇਂ ਤੁਸੀਂ ਕਿੱਥੇ ਸੀ? ਅਸੀਂ ਉਸ ਵੇਲੇ ਜਲੰਧਰ ਸੀਗੇ ਜੀ। ਇਹ ਇੱਦਾਂ ਕਿ ਜਦੋਂ 1 ਜੂਨ ਨੂੰ ਕੁਛ ਥੋੜ੍ਹੀ ਜਿਹੀ ਪੰਜਾਬ ਦੇ ਵਿੱਚ ਆਵਾਜਾਈ ਜਿਹੜੀ ਫੌਜ ਦੀ ਉਹ ਦਿਖਾਈ ਦੇਣ ਲੱਗ ਪਈ ਸੀ। ਤੇ 1 ਤਰੀਕ ਨੂੰ ਸ਼ਾਮ ਨੂੰ ਜਲੰਧਰੋਂ ਸਾਡਾ ਪਿੰਡ ਪੈਂਦਾ, ਉੱਥੋਂ ਕੋਈ 12 ਕਿਲੋਮੀਟਰ ਪਿੰਡ ਗਿਆ ਹੋਇਆ ਸੀਗਾ। ਤੇ ਰਾਤ ਨੂੰ ਸਾਨੂੰ TV ਦੇ ਉੱਤੇ ਜਦੋਂ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ। 2 ਤਰੀਕ ਨੂੰ ਜਦੋਂ ਮੈਂ ਵਾਪਸ ਜਾਣਾ ਸੀ ਜਲੰਧਰ ਆਪਣੇ ਕੰਮ ਦੇ ਉੱਤੇ, ਤਾਂ ਕੁਛ ਜਗ੍ਹਾ ਰਾਹ ਦੇ ਵਿੱਚ ਮੈਨੂੰ ਰੋਕਿਆ ਗਿਆ। ਤੇ ਫਿਰ ਕੁਦਰਤ ਨਾਲ ਇੱਕ ਮੇਰਾ ਰਿਸ਼ਤੇਦਾਰ ਜਿਹੜਾ ਪੁਲਿਸ ਦੇ ਵਿੱਚ ਸੀਗਾ ਉਸ ਵੇਲੇ, ਤੇ ਉਹ ਮੇਰੇ ਨਾਲ ਬੈਠ ਗਏ ਤੇ ਅਸੀਂ ਫਿਰ ਜਲੰਧਰ ਤੱਕ ਪਹੁੰਚ ਗਏ। ਫਿਰ ਜਿੰਨੇ ਦਿਨ ਉੱਥੇ ਕਰਫਿਊ ਰਿਹਾ ਅਸੀਂ ਜਲੰਧਰ 'ਚ ਰਹੇ। ਸੋ ਹਾਲਾਤ ਉਸ ਵੇਲੇ ਇੱਦਾਂ ਦੇ ਸੀਗੇ ਕਿ 2 ਤਰੀਕ ਤੋਂ ਬਾਅਦ ਉਹਨਾਂ ਨੇ 7-8 ਜੂਨ ਤੱਕ ਕੋਈ ਵੀ ਪੰਜਾਬ ਦੇ ਵਿੱਚ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਕੰਮਕਾਰ, ਕੋਈ ਕਿਸੇ ਤਰ੍ਹਾਂ ਦੀ ਮੂਵਮੈਂਟ ਨਹੀਂ ਹੋਣ ਦਿੱਤੀ ਹੈ। ਫੌਜ ਜਿਹੜੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ 'ਚ ਪਹੁੰਚ ਗਈ। ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ TV ਦੇ ਉੱਤੇ ਜਿਹੜੀਆਂ ਖਬਰਾਂ ਦਿੱਤੀਆਂ ਜਾਂਦੀਆਂ ਸੀਗੀਆਂ, ਉਹਦੇ ਨਾਲ ਮੈਂ ਇਉਂ ਕਹਾਂ ਕਿ ਟੋਟਲੀ ਸਿੱਖਾਂ ਨੂੰ ਜਲੀਲ ਕਰਨ ਵਾਲੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ, ਕਿ ਇਸ ਤਰ੍ਹਾਂ ਦਾ ਕੁਝ ਦਿਖਾਇਆ ਜਾ ਰਿਹਾ ਸੀਗਾ ਕਿ ਜਿਵੇਂ ਇੱਕ ਬਹੁਤ ਵੱਡੇ ਅੱਤਵਾਦੀ ਉੱਥੇ ਦਰਬਾਰ ਸਾਹਿਬ ਦੇ ਵਿੱਚ ਬੈਠੇ ਹੋਏ ਆ। ਕੁਛ ਇੱਦਾਂ ਦਾ ਅਸਲਾ ਦਿਖਾਇਆ ਜਾ ਰਿਹਾ ਸੀਗਾ ਕਿ ਜਿਹੜਾ ਦੇਖਣ ਨੂੰ ਇਉਂ ਲੱਗਦਾ ਸੀ ਕਿ ਬਹੁਤ ਪੁਰਾਣਾ ਹੈਗਾ, ਪਰ ਇਹ ਸ਼ੋਅ ਕੀਤਾ ਜਾ ਰਿਹਾ ਸੀ ਕਿ ਜਿਵੇਂ ਚਾਈਨਾ ਤੇ ਪਾਕਿਸਤਾਨ ਦੀ ਬਹੁਤ ਵੱਡੀ ਸਪੋਰਟ ਸੀ ਉਹਨਾਂ ਲੋਕਾਂ ਨੂੰ। ਔਰ ਇਹੋ ਜਿਹੀਆਂ ਰਿਊਮਰਸ ਜਿਹੜੀਆਂ ਖਾਸ ਕਰ ਜਲੰਧਰ ਵਰਗੇ ਸ਼ਹਿਰ ਦੇ ਵਿੱਚ, ਜਿੱਥੇ ਮੈਜੋਰਟੀ ਜਿਹੜੀ ਪਾਪੂਲੇਸ਼ਨ ਹੈ ਉਹ ਹਿੰਦੂਆਂ ਦੀ ਹੈ, ਔਰ ਉਹਨਾਂ ਹਿੰਦੂਆਂ ਦੀ ਹੈ ਜਿਹੜੇ ਜਨਸੰਘੀ ਜਾਂ ਜਿਨ੍ਹਾਂ ਨੂੰ ਅਸੀਂ RSS ਜਾਂ ਹੋਰ ਜਿਹੜੇ ਕੱਟੜ ਹਿੰਦੂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ। ਬੇਸਿਕਲੀ ਜਿਹੜਾ ਜਲੰਧਰ ਹੈ ਇਹ ਪਹਿਲੇ ਮੈਜੋਰਟੀ ਹਿੰਦੂ ਜਿਹੜਾ ਸ਼ਹਿਰ ਹੈ। ਸੋ ਬਹੁਤਾ ਮੈਂ ਸਾਈਡ ਤੇ ਨਾ ਜਾਵਾਂ, ਪਰ ਫਿਰ ਵੀ ਇਹ ਗੱਲ ਮੈਂਸ਼ਨ ਕਰਨੀ ਚਾਹੁੰਦਾ ਕਿ ਜਿਹੜੀਆਂ ਅਖਬਾਰਾਂ ਨੇ ਪੰਜਾਬ 'ਚ ਅੱਗ ਲਾਈ, ਲਾਲਾ ਜਗਤ ਨੈਣ ਵਰਗੇ, ਜਗਬਾਣੀ ਜਾਂ ਹੋਰ ਜਿਹੜੀਆਂ ਅਖਬਾਰਾਂ ਉੱਥੋਂ ਨਿਕਲਦੀਆਂ ਸੀ, ਉਹ ਸਾਰਾ ਕੁਛ ਜਲੰਧਰ ਦੀ ਦੇਣ ਹੈਗੀ ਹੈ। ਸੋ ਉਸ ਤੋਂ ਬਾਅਦ ਜਦੋਂ ਇਹ ਗੱਲ ਜਿਹੜੀ ਹੈ ਵਾਪਰੀ ਹੈ, ਉੱਥੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੈ, ਇਹ ਗੱਲ ਵੀ ਮੈਂ ਜ਼ਰੂਰ ਦੱਸਣੀ ਚਾਹੁੰਦਾ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਅਸੀਂ ਆਪਣੇ 9 ਮਾਸ ਦਾ ਰਿਸ਼ਤਾ ਕਹਿੰਦੇ ਸੀਗੇ, ਉਹਨਾਂ ਲੋਕਾਂ ਨੇ ਜਾ ਕੇ 1 to 1 ਜਾਣੀ ਸਿੱਖਾਂ ਦੇ ਘਰਾਂ 'ਚ ਜਾ ਕੇ ਇਹੋ ਜਿਹੀਆਂ ਗੱਲਾਂ, ਇਹੋ ਜਿਹਾ ਪ੍ਰਚਾਰ ਕੀਤਾ ਹੈ ਕਿ ਉੱਥੋਂ 250 ਔਰਤਾਂ ਨਿਕਲੀਆਂ ਨੇ ਅੰਦਰੋਂ, ਦਰਬਾਰ ਸਾਹਿਬ ਦੇ ਅੰਦਰੋਂ ਫੜੀਆਂ ਗਈਆਂ ਨੇ, ਜਿਹੜੀਆਂ ਸਾਰੀਆਂ ਹੀ ਪ੍ਰੈਗਨੈਂਟ ਨੇ, ਔਰ ਉਹਨਾਂ ਦਾ ਕੋਈ ਪਤਾ ਥਾਂ ਨਹੀਂ ਹੈਗਾ ਵੀ ਉਹ ਕੌਣ ਨੇ, ਕਿੱਥੋਂ ਆਈਆਂ ਨੇ। ਯਾਨੀ ਇਸ ਤਰ੍ਹਾਂ ਦਾ ਨੈਗੇਟਿਵ ਪ੍ਰਚਾਰ ਜਿਹੜਾ ਉਸ ਵੇਲੇ ਮੀਡੀਆ ਰਾਹੀਂ ਕੀਤਾ ਗਿਆ। ਨਾਲ ਪੈਰਲਲ ਇੱਕ ਪਾਸੇ ਜਿੱਥੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸਿੱਖਾਂ ਨੂੰ ਜਲੀਲ ਕਰਨ ਵਾਸਤੇ, ਸਬਕ ਸਿਖਾਉਣ ਵਾਸਤੇ, ਉਹਦੇ ਨਾਲ ਪੈਰਲਲ ਜਿਹੜਾ ਪ੍ਰਚਾਰ ਕੀਤਾ ਗਿਆ ਮੀਡੀਆ ਵੱਲੋਂ, ਉਹ ਇਹ ਸੀ ਕਿ ਜਾਣੀ ਮੈਜੋਰਟੀ ਜਿਹੜਾ ਪੰਜਾਬ ਦਾ ਮੀਡੀਆ ਉਹ ਹਿੰਦੂ ਮੀਡੀਆ, ਤੇ ਇਹ ਪ੍ਰਚਾਰ ਕੀਤਾ ਗਿਆ ਕਿ ਇਹ ਜਿਹੜਾ ਹਮਲਾ ਇਸ ਕਰਕੇ ਜ਼ਰੂਰੀ ਸੀਗਾ ਕਿਉਂਕਿ ਪਾਕਿਸਤਾਨ ਤੇ ਚਾਈਨਾ ਜਿਹੜਾ ਉਹ ਇਹਨਾਂ ਜਿਹੜੇ ਅੱਤਵਾਦੀ ਸੀਗੇ ਇਹਨਾਂ ਦੀ ਸਪੋਰਟ ਕਰ ਰਿਹਾ ਸੀ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣੀ ਚਾਹੂੰਗਾ ਕਿ ਜਿੱਥੇ ਅਸੀਂ ਸਾਡਾ ਬਿਜ਼ਨਸ ਸੀਗਾ, ਅਸੀਂ ਦੁਕਾਨਾਂ ਜਿਹੜਾ ਉਹਦਾ ਮਾਲਕ ਸੀਗਾ ਉਹ ਇੱਕ ਕੱਟੜ ਜਨਸੰਘੀ ਹਿੰਦੂ ਸੀਗਾ, ਤੇ ਸ਼ਹਿਰ ਦੇ ਵਿੱਚ ਬੜਾ ਨਾਂ ਸੀ, ਬੜੀ ਮੋਟੀ ਪਾਰਟੀ ਸੀਗੀ। ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਤੋਂ ਬਾਅਦ ਕਰਫਿਊ ਹਟਣ ਤੋਂ ਬਾਅਦ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹਨੇ ਇੱਕ ਸੱਦਾ ਦਿੱਤਾ ਸੀ ਕੌਮ ਨੂੰ ਕਿ ਅਸੀਂ ਇੱਕ ਜਿਹੜਾ ਦਿਨ ਹੈ ਨੀਅਤ ਕਰਕੇ ਕਿ ਇਹਨੂੰ ਕਾਲੇ ਦਿਨ ਦੇ ਤੌਰ ਤੇ ਮਨਾਈਏ, ਔਰ ਸਾਰੇ ਸਿੱਖ ਜਿਹੜੇ ਆ ਉਹ ਕਾਲੀਆਂ ਦਸਤਾਰਾਂ ਸਜਾਉਣ, ਕਾਲੀਆਂ ਚੁੰਨੀਆਂ ਲੈਣ, ਜੇ ਨਹੀਂ ਹੋ ਸਕਦਾ ਤੇ ਕਾਲੇ ਉਹ ਰੀਬਨ ਜਾਂ ਕੁਛ ਵੀ ਉਹ ਬੰਨ੍ਹ ਕੇ ਤੇ ਆਪਣਾ ਰੋਸ ਜਿਹੜਾ ਉਹ ਪ੍ਰਗਟ ਕਰਨ।
ਤੇ ਮੈਂ ਇਹ ਜ਼ਰੂਰ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਵੀ ਉਹ ਬੰਦਾ ਜਿਹੜਾ ਜਨਸੰਘੀ ਜਿਹੜਾ ਮਾਲਕ ਸੀ ਸਟੋਰ ਦਾ, ਉਹਨੇ ਇਹ ਗੱਲ ਕਹੀ ਮੈਨੂੰ ਆ ਕੇ, ਸਪੈਸ਼ਲੀ ਦੁਕਾਨ ਦੇ ਉੱਤੇ ਗੱਡੀ 'ਚ ਉਤਰ ਕੇ ਆ ਕੇ ਉਹਨੇ ਮੈਨੂੰ ਕਿਹਾ ਕਿ ਰੇਸ਼ਮ ਸਿੰਘ ਕਿ ਆ ਜਿਹੜਾ ਤੁਸੀਂ ਰੀਬਨ ਬੰਨਿਆ ਹੋਇਆ ਇੱਦਾਂ ਦੇ 1-2 ਰੀਬਨ ਮੈਨੂੰ ਵੀ ਦੇ ਦਿਓ। ਯਾਨੀ ਇੱਕ ਮਜ਼ਾਕੀਆ ਲਹਿਜੇ ਦੇ ਵਿੱਚ, ਜਦੋਂ ਕਿ ਪੂਰੀ ਸਿੱਖ ਕੌਮ ਜਿਹੜੀ ਹੈ ਇਸ ਜ਼ਖਮ ਨਾਲ ਬਲੁੰਦਰੀ ਪਈ ਸੀ। ਸੋ ਇਦਾਂ ਦਾ ਇੱਕ ਘਟੀਆ ਮਜ਼ਾਕ ਕਰਨਾ ਹੈ ਉਸ ਬੰਦੇ ਵੱਲੋਂ ਜਿਹਦੀ ਉਮਰ ਜਿਹੜੀ ਉਸ ਵੇਲੇ 60 ਸਾਲ ਤੋਂ ਉੱਤੇ ਸੀ। ਸੋ ਆਮ ਜਿਹੜਾ ਹਿੰਦੂ ਆ ਉਹ ਕੀ ਮਹਿਸੂਸ ਕਰਦਾ ਹੋਊਗਾ, ਔਰ ਸਿੱਖਾਂ ਦੀ ਹਾਲਤ ਜਿਹੜੀ ਕੀ ਹੋਏਗੀ। ਇੱਕ ਚੀਜ਼ ਮੈਂ ਇੱਥੇ ਜ਼ਰੂਰ ਮੈਂਸ਼ਨ ਕਰਨੀ ਚਾਹੁੰਦਾ ਕਿ ਕਰਫਿਊ ਦੇ ਦੌਰਾਨ ਕਿਸੇ ਚੀਜ਼ ਨੂੰ, ਕੋਈ ਆਪਣੇ ਖਾਣ ਵਾਲੀ ਕਿਸੇ ਚੀਜ਼ ਦੀ ਲੋੜ ਪੈ ਗਈ ਜਾਂ ਹੋਰ ਕਿਸੇ ਘਰੇਲੂ ਜ਼ਰੂਰੀ ਚੀਜ਼ ਦੀ ਲੋੜ ਪੈ ਗਈ, ਜੇ ਉਹ ਦੁਕਾਨ ਤੱਕ ਵੀ ਜਾਵੇ ਤਾਂ ਜੇ ਉਹ ਸਿੱਖ ਹੈ ਤਾਂ ਜੇ ਉਹ ਪੈਦਲ ਜਾਂਦਾ ਹੈ ਤਾਂ ਉਹਦੇ ਕੋਲੋਂ ਬੈਠਕਾਂ ਕਢਾਈਆਂ ਜਾਂਦੀਆਂ, ਉਹਨੂੰ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਉਹਨੂੰ ਜਲੀਲ ਕੀਤਾ ਜਾਂਦਾ ਹੈ। ਜਾਂ ਜੇ ਉਹ ਸਾਈਕਲ ਤੇ ਜਾ ਰਿਹਾ ਤਾਂ ਸਾਈਕਲ ਉਹਨੂੰ ਕਿਹਾ ਜਾਂਦਾ ਵੀ ਸਾਈਕਲ ਜਿਹੜਾ ਆਪਣੇ ਗਲ 'ਚ ਪਾ ਕੇ ਤਾਂ ਵਾਕ ਕਰਕੇ ਜਾਵਾ। ਤੇ ਜੇ ਉੱਥੇ ਬਾਕੀ ਜਿਹੜੇ ਜਾਂ ਹਿੰਦੂ ਕਮਿਊਨਿਟੀ ਜਿਹੜੀ ਆ ਉਹ ਸ਼ਰੇਆਮ ਉੱਥੇ ਘੁੰਮ ਰਹੀ ਸੀ, ਕੋਈ ਲੱਡੂ ਵੰਡ ਰਿਹਾ ਸੀ, ਕੋਈ ਇੱਕ ਦੂਜੇ ਨੂੰ ਵਧਾਈਆਂ ਦੇ ਰਿਹਾ ਸੀ, ਕੋਈ ਮਜ਼ਾਕ ਉਡਾ ਰਿਹਾ ਸੀਗਾ ਵੀ ਦੇਖੋ ਜੀ ਉੱਥੇ ਅੱਤਵਾਦੀ ਜਿਹੜੇ ਉਹ ਮਾਰੇ ਗਏ ਆ। ਸੋ ਕਰਫਿਊ ਜੋ ਸੀ ਉਹ ਹਿੰਦੂਆਂ ਲਈ ਥੋੜਾ ਵੱਖਰਾ ਸੀ ਤੇ ਸਿੱਖਾਂ ਲਈ ਵੱਖਰਾ ਸੀ, ਬਿਲਕੁਲ ਜੀ। ਸੋ ਇਹ ਅਸੀਂ ਜਲੰਧਰ ਸ਼ਹਿਰ ਦੇ ਵਿੱਚ ਜਿਹੜਾ ਅਸੀਂ ਮਹਿਸੂਸ ਕੀਤਾ ਹੈ ਕਿ ਉਸ ਵੇਲੇ ਸਾਨੂੰ ਐਂ ਲੱਗਿਆ ਕਿ ਜਿਵੇਂ ਅਸੀਂ ਕਿਸੇ ਗੁਲਾਮੀ ਦੇ ਦੌਰ 'ਚੋਂ ਲੰਘ ਰਹੇ ਹਾਂ। ਆਰਮੀ ਦੱਸਦੀ ਸੀ ਕਿ ਕਰਫਿਊ ਕਿਉਂ ਲੱਗਿਆ ਹੈ? ਆਰਮੀ ਜਿਹੜੀ ਹੈ ਉਹ ਕਿਸੇ ਨਾਲ ਗੱਲ ਨਹੀਂ ਸੀ ਕਰਦੇ। ਈਵਨ ਜੇ ਤੁਸੀਂ ਉਹਨਾਂ ਨੂੰ ਕੋਈ ਅਪਰੋਚ ਵੀ ਕਰਦਾ ਸੀਗਾ ਵੀ ਕਿਉਂਕਿ ਮੀਡੀਆ ਦੱਸ ਰਿਹਾ ਸੀਗਾ ਬਾਰ-ਬਾਰ ਵੀ ਇਹ ਕਰਫਿਊ ਜਿਹੜਾ ਕਿਉਂ ਲਾਇਆ ਗਿਆ, ਤੇ ਇਹ ਗੱਲ ਜਿਹੜੀ ਹੈ ਕਿਉਂਕਿ ਬਹੁਤ ਸਾਰੇ ਆਪਣੇ ਸਿੱਖ ਜਿਹੜੇ ਆ ਕੁਛ ਆਰਮੀ 'ਚ, ਕੋਈ ਪੁਲਿਸ ਦੇ ਵਿੱਚ, ਜਾਂ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਵੀ ਕੀ ਹੋ ਰਿਹਾ ਹੈ। ਉਹ ਸਿੱਖਾਂ ਤੱਕ ਇਹ ਗੱਲ ਜਿਹੜੀ ਹੈ ਪਹੁੰਚ ਗਈ ਸੀ ਕਿ ਇੱਕ ਅੱਧੇ ਦਿਨ ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਊਗਾ। ਸੋ ਬਹੁਤ ਸਾਰੇ ਸਿੱਖ ਜਿਹੜੇ ਆ ਜਿਹੜੇ ਦਰਬਾਰ ਸਾਹਿਬ ਜਾਂ ਤਰਨਤਾਰਨ ਸਾਹਿਬ ਜਾਂ ਹੋਰ ਨੇੜੇ ਦੇ ਪਿੰਡਾਂ ਦੇ ਸੀਗੇ, ਉਹਨਾਂ ਨੇ ਇਸ ਗੱਲ ਨੂੰ ਪ੍ਰੋਟੈਕਟ ਕਰਨ ਵਾਸਤੇ ਉਸ ਵੇਲੇ ਉੱਧਰ ਨੂੰ ਮਾਰਚ ਵੀ ਕੀਤਾ ਹੈ, ਜਿਹਦੇ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਗੋਲੀਆਂ ਨਾਲ ਭੁੰਨ ਦਿੱਤੇ ਗਏ। ਤੁਸੀਂ ਜਦ ਤੁਹਾਨੂੰ ਪਤਾ ਲੱਗਿਆ ਕਿ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ ਹੈ ਤੇ ਤੁਹਾਡਾ ਕੀ ਰਿਐਕਸ਼ਨ ਸੀ? ਤੁਹਾਨੂੰ ਕਿਸ ਤਰ੍ਹਾਂ ਲੱਗਿਆ? ਉੱਥੇ ਕੋਈ ਵੀ ਬੰਦਾ ਰਿਐਕਟ ਨਹੀਂ ਸੀ ਕਰ ਸਕਦਾ ਕਿਉਂਕਿ ਤੁਹਾਨੂੰ ਆਪਣੇ ਘਰ ਦੇ ਅੰਦਰੋਂ ਵੀ ਬਾਹਰ ਖਿੜਕੀ ਰਾਹੀਂ ਬਾਹਰ ਝਾਕਣ ਦੀ ਇਜਾਜ਼ਤ ਨਹੀਂ ਸੀ। ਇਹੋ ਜਿਹੀਆਂ ਅਨਾਉਂਸਮੈਂਟ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਹੋ ਰਹੀ ਸੀ ਵੀ ਜੇ ਕਿਸੇ ਨੇ ਦਰਵਾਜ਼ਾ ਖੋਲ੍ਹ ਕੇ ਜਾਂ ਖਿੜਕੀ ਖੋਲ੍ਹ ਕੇ ਬਾਹਰ ਝਾਕਣ ਦੀ ਕੋਸ਼ਿਸ਼ ਕੀਤੀ ਤਾਂ ਫੌਜ ਬਾਹਰ ਘੁੰਮ ਰਹੀ ਹੈ, ਉਹ ਤੁਹਾਨੂੰ ਗੋਲੀ ਮਾਰ ਦੇਣਗੇ। ਸੋ ਜਿਹੜਾ ਬਾਕੀ ਰਿਐਕਸ਼ਨ ਦੀ ਗੱਲ ਤਾਂ ਜੇ ਬਹੁਤ ਦੂਰ, ਇੱਕ ਐਗਜ਼ਾਮਪਲ ਮੈਂ ਇੱਥੇ ਹੋਰ ਦੇਣੀ ਚਾਹੁੰਦਾ ਕਿ ਉਹਨਾਂ ਦਿਨਾਂ 'ਚ ਮੇਰਾ ਬ੍ਰਦਰ ਮੇਰੇ ਤੋਂ ਛੋਟੇ ਸੀਗੇ 2 ਸਾਲ, ਉਹ ਆਰਮੀ ਦੇ ਵਿੱਚ ਸੀਗੇ, ਉਹ ਛੁੱਟੀ ਆਏ ਹੋਏ ਸੀਗੇ। ਉਹਨਾਂ ਨੇ ਜਦੋਂ 2-3 ਦਿਨ ਲੋਕਾਂ ਨੂੰ ਆਪਣੇ ਜਿਹੜੇ ਜਿੱਥੇ ਉਹਨਾਂ ਨੇ ਡੰਗਰ ਬੰਨੇ ਹੁੰਦੇ, ਹਵੇਲੀ ਕਹਿੰਦੇ ਅਸੀਂ, ਵੀ ਉੱਥੇ ਜਾ ਕੇ 2-2 ਦਿਨ ਤੋਂ ਜਿਹੜੇ ਭੁੱਖੇ ਆ ਡੰਗਰ ਜਿਹੜੇ ਆ ਉਹਨਾਂ ਨੂੰ ਪੱਠੇ ਪਾਉਣ ਤੱਕ ਦੀ ਇਜਾਜ਼ਤ ਨਹੀਂ ਹੈ, ਉਹਨਾਂ ਨੂੰ ਪਾਣੀ ਪਿਲਾਉਣ ਤੱਕ ਇਜਾਜ਼ਤ ਨਹੀਂ ਹੈ। ਜਦੋਂ ਕੋਈ ਬੰਦਾ ਇਦਾਂ ਦਾ ਉਪਰਾਲਾ ਕਰਦਾ ਸੀ, ਜਾਂ ਈਵਨ ਇੱਥੋਂ ਤੱਕ ਕਿ ਆਹ ਸਾਡੇ ਹੁਣ ਪਿੰਡਾਂ ਦੇ ਵਿੱਚ ਫਲੈਸ਼ ਸਿਸਟਮ ਹੁਣ ਆ ਗਿਆ, ਉਸ ਵੇਲੇ ਅਜਿਹਾ ਕੋਈ ਸਿਸਟਮ ਨਹੀਂ ਸੀਗਾ ਕਿਸੇ ਵੀ ਪਿੰਡ 'ਚ ਪੰਜਾਬ ਦੇ 'ਚ, ਔਰ ਲੋਕਾਂ ਨੂੰ ਬਾਥਰੂਮ ਤੱਕ ਨਹੀਂ ਜਾਣ ਦਿੱਤਾ ਗਿਆ, ਬਾਹਰ ਜੰਗਲ ਪਾਣੀ ਤੱਕ ਨਹੀਂ ਜਾਣ ਦਿੱਤਾ ਗਿਆ 3 ਦਿਨ ਵਾਸਤੇ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਉੱਥੇ ਸਿੱਖਾਂ ਦੀ ਕਿਹੋ ਜਿਹੀ 62 ਦੇ ਵਿੱਚ ਲੜਾਈ ਹੋਈ ਚਾਈਨਾ ਨਾਲ, 71-65 ਦੇ ਵਿੱਚ ਹੋਈ ਪਾਕਿਸਤਾਨ ਨਾਲ, 71 ਦੇ ਵਿੱਚ ਹੋਈ ਪਾਕਿਸਤਾਨ ਨਾਲ। ਇਹਨਾਂ ਤਿੰਨਾਂ ਲੜਾਈਆਂ ਦੇ ਵਿੱਚ ਕਦੇ ਵੀ ਜਿਹੜੇ ਬਾਰਡਰ ਏਰੀਏ ਵੀ ਆ ਉਹਨਾਂ ਦੇ ਵਿੱਚ ਵੀ ਲੋਕਾਂ ਨਾਲ ਇਹੋ ਜਿਹਾ ਵਿਹਾਰ ਨਹੀਂ ਕੀਤਾ ਗਿਆ ਜਿਹੋ ਜਿਹਾ ਦਰਬਾਰ ਸਾਹਿਬ ਤੇ ਹਮਲਾ ਕਰਨ ਵੇਲੇ ਕੀਤਾ ਗਿਆ। ਤੁਸੀਂ ਜਦ ਆਪਣੇ ਪਿੰਡ ਸੀ ਗਏ ਸੀ ਜਲੰਧਰ ਤੋਂ ਦੂਰ, ਤੇ ਉੱਥੇ ਵੀ ਸੇਮ ਇਨਫੋਰਮੇਸ਼ਨ ਦੱਸ ਰਹੇ ਸੀ ਰੇਡੀਓ ਤੇ ਜੋ ਜਲੰਧਰ ਦੱਸ ਰਹੇ ਸੀ, ਜੋ ਮੈਜੋਰਿਟੀ ਹਿੰਦੂ ਸੀ? ਦੇਖੋ ਪਿੰਡਾਂ ਦੇ ਵਿੱਚ ਹਿੰਦੂਆਂ ਦੀ ਗਿਣਤੀ ਜਿਹੜੀ ਆ ਉਹ ਬਹੁਤ ਘੱਟ ਹੈ, ਖਾਸ ਕਰ ਜਿਹੜੇ ਇਲਾਕੇ ਵਿੱਚ ਅਸੀਂ ਰਹਿੰਦੇ, ਜਿੱਥੇ ਅਸੀਂ ਰਹਿੰਦੇ ਹਾਂ ਉਹਨੂੰ ਸਾਰੇ ਨੂੰ ਅਕਾਲੀ ਬੈਲਟ ਕਹਿੰਦੇ ਨੇ ਸਾਰੇ। ਉਹ ਜਿਹੜੇ 20-25 ਪਿੰਡ ਜਿਹੜੇ ਉਹ ਉੱਥੇ ਅਕਾਲੀਆਂ ਦਾ ਕਾਫੀ ਪਹਿਲਾਂ ਤੋਂ ਮੂਵਮੈਂਟ ਦੇ ਵਿੱਚ ਵੀ ਜੇ ਆਪਾਂ ਜਾਈਏ, ਜਿਹੜਾ ਜਦੋਂ ਅਕਾਲੀ ਬੱਬਰ ਲਹਿਰ ਵੀ ਚੱਲੀ ਹੈ, ਇਹ ਸਾਰੇ ਉਹਨਾਂ ਪਿੰਡਾਂ ਦੀ ਗੱਲ ਆ। ਉੱਥੇ ਪਿੰਡਾਂ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਸੀ ਕਰਦਾ ਕਿ ਭਾਈ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ। ਹਾਂ, ਲੋਕੀ ਅੰਦਰੋਂ ਅੰਦਰੀ ਦੁਖੀ ਸੀਗੇ। ਤੁਸੀਂ ਆਪਣੇ ਘਰ ਚੋਂ ਨਿਕਲ ਕੇ ਨਾਲ ਦੇ ਘਰ 'ਚ ਨਹੀਂ ਜਾ ਸਕਦੇ, ਉੱਥੇ ਕਿਸੇ ਨਾਲ ਤੁਸੀਂ ਆਪਣੀਆਂ ਫੀਲਿੰਗ ਜਿਹੜੀਆਂ ਸ਼ੇਅਰ ਨਹੀਂ ਕਰ ਸਕਦੇ। ਜੇ ਤੁਸੀਂ ਰੇਡੀਓ ਲਾਇਆ ਹੋਇਆ ਉਹਨੂੰ ਉੱਚੀ ਨਹੀਂ ਲਾ ਸਕਦੇ ਜਿਹੜਾ ਬਾਹਰ ਗਲੀ 'ਚ ਕਿਸੇ ਨੂੰ ਸੁਣਦਾ ਹੋਵੇ। ਸੋ ਇਦਾਂ ਦੇ ਹਾਲਾਤ ਬਣਾ ਦਿੱਤੇ ਗਏ ਸੀਗੇ ਕਿ ਤੁਹਾਨੂੰ ਜਿਵੇਂ ਕਿਸੇ ਬੰਦੇ ਨੂੰ ਪਿੰਜਰੇ 'ਚ ਬੰਦ ਕਰ ਦਈਦਾ,
ਲੋਕਾਂ ਨੂੰ ਪਿੰਜਰੇ 'ਚ ਬੰਦ ਕਰ ਦਿੱਤਾ ਗਿਆ। ਤੁਸੀਂ 4 ਦਿਨ ਤੱਕ ਲਗਾਤਾਰ ਇੱਕ ਵੀ ਬੰਦਾ ਜਾਂ ਪੁਲਿਸ ਤੋਂ ਲੈ ਕੇ ਜਾਂ ਆਪਣੇ ਜਿਹੜਾ ਆਰਮੀ ਤੋਂ ਇਲਾਵਾ ਹੋਰ ਕੋਈ ਵੀ ਬੰਦਾ, ਚਾਹੇ ਉਹ ਕਿੱਡਾ ਵੀ ਕੋਈ ਅਫਸਰ ਹੋਵੇ, ਉਹਨੂੰ ਸੜਕ ਤੇ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ। ਤੇ ਕਰਫਿਊ ਕਦ ਰਿਲੀਜ਼ ਹੋਇਆ ਸੀ ਜਲੰਧਰ ਵਿੱਚ? 2 ਤਰੀਕ ਸਵੇਰੇ ਕਰਫਿਊ ਜਿਹੜਾ ਉਹ ਪੂਰੇ ਪੰਜਾਬ 'ਚ ਲਾ ਦਿੱਤਾ ਗਿਆ ਸੀ, ਹਾਂਜੀ। ਤੇ ਜਿਹੜਾ ਕਿ ਤਕਰੀਬਨ 7 ਤਰੀਕ ਤੱਕ ਚੱਲਿਆ। 5 ਦਿਨ ਲਗਾਤਾਰ ਇਹ ਕਰਫਿਊ ਉੱਥੇ ਰਿਹਾ ਪੰਜਾਬ 'ਚ। ਤੇ ਜਦ ਕਰਫਿਊ ਲਿਫਟ ਹੋ ਗਿਆ ਸੀ, ਉਸ ਤੋਂ ਬਾਅਦ ਤੁਸੀਂ ਦਰਬਾਰ ਸਾਹਿਬ ਗਏ ਸੀ? ਅਸੀਂ ਮੈਨੂੰ ਐਗਜ਼ੈਕਟਲੀ ਡੇਟ ਨਹੀਂ ਯਾਦ, 9 ਨੂੰ ਜਾਂ 10 ਤਰੀਕ ਨੂੰ ਦਰਬਾਰ ਸਾਹਿਬ ਜਿਹੜਾ ਉਹ ਆਮ ਸ਼ਰਧਾਲੂਆਂ ਵਾਸਤੇ ਖੋਲ੍ਹ ਦਿੱਤਾ ਗਿਆ ਸੀ। ਜਦੋਂ ਅਸੀਂ ਉੱਥੇ ਗਏ ਹਾਂ ਤੇ ਮੇਰੇ ਨਾਲ ਇੱਕ ਮੇਰਾ ਦੋਸਤ ਸੀ, ਮੁੰਡਾ ਮਹਿੰਦਰ ਸਿੰਘ, ਅੱਜ ਕੱਲ੍ਹ ਕੈਨੇਡਾ 'ਚ ਨੇ ਉਹ। ਅਸੀਂ ਜਲੰਧਰ ਇਕੱਠੇ ਹੀ ਬਿਜ਼ਨਸ ਕਰਦੇ ਸੀਗੇ, ਤਾਂ ਅਸੀਂ ਮਨ ਬਣਾਇਆ ਕਿ ਪਹਿਲੇ ਦਿਨ ਅਸੀਂ ਉੱਥੇ ਦਰਬਾਰ ਸਾਹਿਬ ਗਏ ਹਾਂ ਤਾਂ ਉੱਥੇ ਜਿਹੜੇ ਹਾਲਾਤ ਦੇਖਣ ਵਾਲੇ ਸੀਗੇ ਕਿ ਬਹੁਤ ਪਿੱਛੇ ਜਿਹੜੀਆਂ ਬੱਸਾਂ ਜਿਹੜੀਆਂ ਰੋਕ ਲਈਆਂ ਜਾਂਦੀਆਂ ਸੀਗੀਆਂ। ਉੱਥੋਂ ਫਿਰ ਬਹੁਤ ਲੋਕੀ ਰਿਕਸ਼ਾ ਲੈ ਕੇ ਜਾਂ ਹੋਰ ਸਾਧਨਾਂ ਰਾਹੀਂ ਉੱਥੇ ਪਹੁੰਚ ਰਹੇ ਸੀ, ਜਿਹੜੇ ਬਹੁਤ ਤੁਰ ਕੇ ਜਾ ਸਕਦੇ ਸੀ। ਬਹੁਤ ਲੰਮਾ ਪੈਂਡਾ, ਤਕਰੀਬਨ 1.5-2 ਮੀਲ ਤੱਕ ਤੁਰ ਕੇ ਜਿਹੜਾ ਉਹਨਾਂ ਨੂੰ ਦਰਬਾਰ ਸਾਹਿਬ ਤੱਕ ਜਾਣਾ ਪੈਂਦਾ ਸੀ। ਥਾਂ ਥਾਂ ਦੇ ਉੱਤੇ ਜਿਹੜੇ ਬੈਰੀਕੇਡ ਜਿਹੇ ਬਣਾਏ ਹੋਏ ਸੀਗੇ, ਪੁਲਿਸ ਚੈੱਕ ਕਰ ਰਹੀ ਸੀ ਥਾਂ ਥਾਂ ਤੇ। ਈਵਨ ਜਿਹੜਾ ਬਿਲਕੁਲ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਪੁਲਿਸ ਤੇ CRP ਦਾ ਤੇ ਆਪਣਾ ਫੌਜ ਦਾ ਪਹਿਰਾ ਸੀ, ਉੱਥੇ ਬਾਰ-ਬਾਰ ਤੁਹਾਡੇ ਜਿਹੜੇ ਬੀਬੀਆਂ ਦੇ ਪਰਸ ਜਾਂ ਤੁਹਾਡੇ ਜਿਹੜੇ ਬੈਗ ਸੀਗੇ ਜਿਨ੍ਹਾਂ ਦੇ ਵਿੱਚ ਤੁਸੀਂ ਇਸ਼ਨਾਨ ਕਰਨ ਵਾਸਤੇ ਆਪਣਾ ਕਸ਼ਹਿਰਾ ਤੇ ਤੌਲੀਆ ਰੱਖਿਆ ਹੁੰਦਾ ਹੈ, ਉਹਨਾਂ ਨੂੰ ਬਾਰ-ਬਾਰ ਚੈੱਕ ਕੀਤਾ ਜਾਂਦਾ ਸੀਗਾ। ਔਰ ਇਹੋ ਜਿਹੇ ਕਮੈਂਟ ਉਹਨਾਂ ਤੋਂ ਜਿਹੜੇ ਫੌਜ ਵੱਲੋਂ ਜਾਂ CRP ਵੱਲੋਂ ਕੀਤੇ ਜਾਂਦੇ ਸੀਗੇ ਕਿ ਇਹ ਬੰਦੇ ਕੋਈ ਰੋਹ 'ਚ ਆ ਕੇ ਜਾਂ ਭੜਕਾਹਟ 'ਚ ਆ ਕੇ ਕੋਈ ਨਾ ਕੋਈ ਗੱਲ ਕਰਨ ਤਾਂ ਅਸੀਂ ਜਿਹੜਾ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਸਜ਼ਾ ਦਈਏ। ਸੋ ਬਹੁਤ ਸਾਰੀਆਂ ਪਹਿਲੇ ਦਿਨ ਦੇ ਵਿੱਚ ਮੈਂ ਯਾਦ ਆ ਐਗਜ਼ੈਕਟਲੀ, ਬਹੁਤ ਲੰਬੀ ਲਾਈਨ ਹੋਣ ਕਰਕੇ ਜਦੋਂ ਬਾਰ-ਬਾਰ ਉਹ ਚੈੱਕ ਕਰਦੇ ਸੀਗੇ ਤਾਂ ਬਹੁਤ ਸਾਰੇ ਲੋਕ ਜਿਹੜੇ ਭੜਕਾਹਟ 'ਚ ਆ ਕੇ ਮਤਲਬ ਚੰਗਾ ਮਾੜਾ ਵੀ ਬੋਲਦੇ ਸੀ ਉਹਨਾਂ ਨੂੰ, ਉਹ ਵੀ ਫਿਰ ਮੋਹਰੋਂ ਕੋਈ ਇੱਦਾਂ ਦੇ ਮਾੜੇ ਸ਼ਬਦ ਬੋਲਦੇ ਸੀ। ਪਰ ਜਦੋਂ ਅਸੀਂ ਅੰਦਰ ਗਏ ਹਾਂ ਤੇ ਉਹ ਜਿਹੜੀ ਜੋ ਕੁਛ ਅਸੀਂ ਅੰਦਰ ਜਾ ਕੇ ਦੇਖਿਆ, ਸ਼ਾਇਦ ਅਸੀਂ ਜਿੰਨਾ ਮਰਜ਼ੀ ਵੀਡੀਓਜ਼ ਜਾਂ ਹੋਰ ਜਿਹੜੀਆਂ ਚੀਜ਼ਾਂ ਦਿਖਾ ਦਈਏ ਮੌਕੇ ਦੀਆਂ, ਪਰ ਉਹ ਚੀਜ਼ ਜਿਹੜੀ ਹੈ ਅਸੀਂ ਜੋ ਕੁਛ ਅੱਖੀਂ ਦੇਖਿਆ ਉਹ ਨਹੀਂ ਦਿਖਾਇਆ ਜਾ ਸਕਦਾ। ਕਿ ਜਿਹੜੇ ਬਾਹਰ ਜਦੋਂ ਅਸੀਂ ਪਰਿਕਰਮਾ ਦੇ ਵਿੱਚ ਪਹੁੰਚੇ ਹਾਂ ਤੇ ਉੱਥੇ ਥਾਂ ਥਾਂ ਜਿਹੜੇ ਖੂਨ ਦੇ ਧੱਬੇ ਅਜੇ ਵੀ ਲੱਗੇ ਹੋਏ ਸੀਗੇ, ਭਾਵੇਂ ਕਿ ਬਹੁਤ ਸਾਰੇ ਪਰਿਕਰਮਾ ਸਾਫ਼ ਕਰਤਾ ਗਿਆ, ਧੋ ਦਿੱਤਾ ਗਿਆ ਸੀ। ਔਰ ਜਿਹੜਾ ਸਰੋਵਰ ਦਾ ਪਾਣੀ ਸੀ ਬਿਲਕੁਲ ਲਾਲ ਸੀ। ਈਵਨ ਜਿਹੜੇ ਲੋਕ ਇਹ ਮਨ ਬਣਾ ਕੇ ਗਏ ਸੀ ਅਸੀਂ ਸਰੋਵਰ ਦੇ ਵਿੱਚ ਇਸ਼ਨਾਨ ਕਰਾਂਗੇ, ਅਸੀਂ ਨਹੀਂ ਦੇਖਿਆ ਕਿ ਥੋੜ੍ਹੀ ਜਿਹੀ ਗਿਣਤੀ ਦੇ ਲੋਕਾਂ ਤੋਂ ਇਲਾਵਾ ਜਿਹੜਾ ਕਿਸੇ ਨੇ ਕੋਈ ਇਸ਼ਨਾਨ ਕੀਤਾ ਹੋਵੇ ਉੱਥੇ। ਕਿਉਂਕਿ ਕੋਈ ਵੀ ਬੰਦਾ ਜਿਹੜਾ ਇਹ ਸੋਚ ਕੇ ਕਿ ਅਸੀਂ ਆਪਣੇ ਸ਼ਹੀਦਾਂ ਦੇ ਜਾਂ ਆਪਣੇ ਪਰਿਵਾਰਾਂ ਦੇ ਖੂਨ ਦੇ ਵਿੱਚ ਅਸੀਂ ਕੀ ਇਸ਼ਨਾਨ ਕਰਨਾ ਹੈ। ਸੋ ਉਹ ਸਾਰਾ ਕੁਝ ਜਿਹੜਾ ਉਹ ਤੋਂ ਬਾਅਦ ਜਦੋਂ ਅਸੀਂ ਅਲੱਗ-ਅਲੱਗ ਕਮਰਿਆਂ 'ਚ ਗਏ ਹਾਂ ਜਿੱਥੇ ਪਹਿਲਾਂ ਸੰਗਤਾਂ ਜਾ ਕੇ ਠਹਿਰਦੀਆਂ ਸੀ, ਜਾਂ ਉੱਦਾਂ ਜਿਹੜੇ ਅਲੱਗ-ਅਲੱਗ ਸਾਈਡਾਂ 'ਤੇ ਕਮਰੇ ਬਣੇ ਹੋਏ ਆ ਜਿੱਥੇ ਅਖੰਡ ਪਾਠ ਸਾਹਿਬ ਚੱਲਦੇ ਨੇ, ਅੱਜ ਵੀ ਚੱਲਦੇ, ਉਦੋਂ ਵੀ ਚੱਲਦੇ ਸੀ। ਉਹਨਾਂ ਦੇ ਵਿੱਚ ਜਿਹੜੇ ਪੱਖੇ ਸੀਗੇ ਛੱਤਾਂ ਨਾਲ ਲੱਗੇ ਹੋਏ, ਉਹ ਬਿਲਕੁਲ ਮੈਲਟ ਹੋ ਕੇ ਜਿਹੜੇ ਥੱਲੇ ਲਟਕੇ ਹੋਏ ਸੀ ਉਹਨਾਂ ਦੇ ਜਿਹੜੇ ਪਰ ਸੀਗੇ। ਸੋ ਇੰਨੀ ਛੱਤਾਂ ਬਿਲਕੁਲ ਕਾਲੀਆਂ ਹੋਈਆਂ ਪਈਆਂ ਸੀਗੀਆਂ। ਔਰ ਬਹੁਤ ਸਾਰੇ ਉਹਨਾਂ ਦੇ ਜਿਹੜੇ ਡੋਰ ਖਿੜਕੀਆਂ ਸੀ ਉਹ ਸੜੇ ਹੋਏ ਸੀਗੇ। ਯਾਨੀ ਮੈਂ ਇਹ ਕਹਿ ਸਕਦਾ ਕਿ ਕੋਈ ਇਹੋ ਜਿਹਾ ਸ਼ਰਧਾਲੂ ਹੋਊਗਾ ਜਿਹਦੀਆਂ ਅੱਖਾਂ ਦੇ ਵਿੱਚ ਪਾਣੀ ਨਹੀਂ ਸੀਗਾ। ਇੱਦਾਂ ਦੇ ਹਾਲਾਤ ਉਸ ਵੇਲੇ ਪਹਿਲੇ ਦਿਨ ਅਸੀਂ ਦੇਖੇ। ਸੋ ਬਿਲਕੁਲ ਜਾਣੀ ਕੋਈ ਕਿਸੇ ਨਾਲ ਗੱਲ ਨਹੀਂ ਸੀ ਕਰ ਰਿਹਾ, ਕਿਉਂਕਿ ਲੋਕਾਂ ਨੂੰ ਇਹ ਵੀ ਸੀਗਾ ਵੀ ਇਹ ਜਿਹੜੇ ਵਿੱਚ ਵੀ ਤੁਰੇ ਫਿਰਦੇ ਨੇ ਪਤਾ ਨਹੀਂ ਕੌਣ ਨੇ। ਕੋਈ ਵੀ ਬੰਦਾ ਜਿਹੜਾ ਉਹ ਏਜੰਸੀ ਦਾ ਹੋ ਸਕਦਾ, ਕਿ ਸਰਕਾਰ ਦਾ ਹੋ ਸਕਦਾ, ਕੋਈ ਕਿਸੇ ਨਾਲ ਗੱਲ ਨਹੀਂ ਸੀ ਸ਼ੇਅਰ ਕਰ ਰਿਹਾ। ਸੋ ਇੱਦਾਂ ਦੇ ਹਾਲਾਤ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਬਣੇ ਹੋਏ ਸੀਗੇ। ਇਹ ਗੱਲ ਜਿਹੜੀ ਵਿੱਚ ਮੀਡੀਆ ਦੇ ਵਿੱਚ ਜਿਹੜੀ ਉਸ ਵੇਲੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਤੋਂ ਕਹਾਈ ਗਈ ਕਿ ਕੋਠਾ ਸਾਹਿਬ ਠੀਕ ਠਾਕ ਹੈ, ਦਰਸ਼ਨੀ ਡਿਊਟੀ ਠੀਕ ਠਾਕ ਹੈ। ਅਸੀਂ ਪਹਿਲੇ ਦਿਨ ਜਿੱਦਣ ਉੱਥੇ ਗਏ ਹਾਂ ਤਾਂ ਦਰਸ਼ਨੀ ਜਿਹੜੀ ਠੀਕ ਠਾਕ ਦਿਖਾਈ ਜਾ ਰਹੀ ਸੀ, ਉਹਦੇ ਮੂਹਰੇ ਉਸ ਵੇਲੇ ਵੀ ਚਾਦਰਾਂ ਜਿਹੜੀਆਂ ਲੱਗੀਆਂ ਹੋਈ ਸੀ, ਜਿੱਥੇ ਤੋਪਾਂ ਦੇ ਗੋਲਿਆਂ ਨੇ ਪੂਰੀ ਦੀ ਪੂਰੀ ਸਾਈਡ ਜਦੋਂ ਅਸੀਂ ਉੱਧਰੋਂ ਐਂਟਰ ਹੁੰਦੇ ਹਾਂ ਤਾਂ ਖੱਬਾ ਪਾਸਾ, ਜੇ ਅਸੀਂ ਦਰਬਾਰ ਸਾਹਿਬ ਤੋਂ ਬਾਹਰ ਆਉਂਦੇ ਹਾਂ ਤਾਂ ਉਹਦਾ ਸੱਜਾ ਪਾਸਾ ਜਿਹੜਾ ਬਿਲਕੁਲ ਉਹ ਸਾਰਾ ਉਡਾਇਆ ਗਿਆ ਸੀਗਾ ਤੋਪਾਂ ਨਾਲ। ਤੁਹਾਨੂੰ ਕਿਉਂ ਲੱਗਦਾ ਹੈ ਕਿ ਉਹਨਾਂ ਨੇ ਇਹ ਕਿਉਂ ਬੋਲਿਆ ਕਿ ਸਭ ਕੁਝ ਠੀਕ ਹੈਗਾ? ਉਹਨਾਂ ਨੂੰ ਡਰਾ ਲਿਆ ਗਿਆ, ਡਰਾ ਕੇ ਉਹਨਾਂ ਕੋਲ ਜਿਹੜਾ ਬਿਆਨ ਜਿਹੜਾ ਉਹ ਲਿਆ ਗਿਆ। ਹਾਂਜੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਉਹਨਾਂ ਨੇ ਜੋ ਕੁਝ ਵੀ ਉਸ ਵੇਲੇ ਬਿਆਨਬਾਜ਼ੀ ਕੀਤੀ ਉਹ ਡਰਦੇ ਉਹਨਾਂ ਦੇ ਪੌ ਥੱਲੇ ਕੀਤੀ।
ਸੋ ਇਦਾਂ ਦੀ ਕੋਈ ਗੱਲ ਨਹੀਂ ਸੀ ਕਿ ਸਾਰਾ ਕੁਝ ਠੀਕ ਠਾਕ ਹੈ, ਕੁਝ ਵੀ ਠੀਕ ਨਹੀਂ ਸੀ ਉੱਥੇ। ਈਵਨ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਗਿਆ। ਈਵਨ ਇੰਦਰਾ ਗਾਂਧੀ ਦੀ ਜਿਹੜੀ ਉਹ ਤੋਂ ਬਾਅਦ ਸਪੀਚ ਜਿਹੜੀ ਰਿਕਾਰਡਡ ਹੈ ਕਿ ਦਰਬਾਰ ਸਾਹਿਬ 'ਤੇ ਗੋਲੀ ਨਹੀਂ ਚलाई गई है, कुछ नुकसान अकाल तख्त साहब को हुआ है, कुछ नुकसान ही होया, अकाल तख्त साहब ਨੂੰ ਪੂਰੀ ਤਰ੍ਹਾਂ ਢਹਿ ਢੇਰੀ ਕੀਤਾ ਗਿਆ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਗੋਲੀਆਂ ਜਿਹੜੀਆਂ ਦਰਬਾਰ ਸਾਹਿਬ 'ਚ ਲੱਗੀਆਂ। ਉੱਥੇ ਜਿਹੜੇ ਕੀਰਤਨ ਕਰਦੇ ਸਿੰਘ ਉਹ ਸ਼ਹੀਦ ਹੋਏ, ਉੱਥੇ ਜਿਹੜੇ ਮਹਾਰਾਜ ਦੇ ਸਰੂਪ ਸੀ ਉਹਨਾਂ ਦੇ ਵਿੱਚੋਂ ਗੋਲੀਆਂ ਲੰਘੀਆਂ। ਇਹ ਸਾਰਾ ਹੁਣ ਤਾਂ ਹਿਸਟਰੀ ਜਿਹੜੀ ਅਸੀਂ ਬਹੁਤ ਕੁਝ ਨੈੱਟ 'ਤੇ ਪੜ੍ਹਦੇ ਹਾਂ, ਪਰ ਉਸ ਵੇਲੇ ਜਿਹੜਾ ਮਾਹੌਲ ਸੀ ਜਾਂ ਉਸ ਵੇਲੇ ਜੋ ਕੁਝ ਦੇਖ ਕੇ ਇਉਂ ਲੱਗਦਾ ਸੀਗਾ ਸ਼ਾਇਦ ਕਿਸੇ ਬਾਹਰਲੇ ਕਿਸੇ ਮੁਲਕ ਨੇ ਜਾਂ ਬਾਹਰਲੇ ਕਿਸੇ ਮੁਲਕ ਦੀ ਫੌਜ ਨੇ ਇਹ ਹਮਲਾ ਕੀਤਾ ਤੇ ਉਹਨੇ ਸਾਰਾ ਕੁਝ ਤਹਿਸ਼ ਨਹਿਸ਼ ਕਰ ਦਿੱਤਾ। ਤੁਹਾਡੇ ਵਿੱਚ ਓਪੀਨੀਅਨ ਵਿੱਚ ਤੁਹਾਨੂੰ ਕਿਉਂ ਲੱਗਦਾ ਕਿ ਉਹਨਾਂ ਅਟੈਕ ਕਿਉਂ ਕੀਤਾ ਦਰਬਾਰ ਸਾਹਿਬ ਤੇ ਉਸੇ ਦਿਨ ਕਿਉਂ ਕੀਤਾ? ਮੇਰਾ ਖਿਆਲ ਹੈ ਕਿ ਇਹ ਬਹੁਤ ਲੰਬੀ ਪਲੈਨਿੰਗ ਸੀ, ਪਰ ਜੇ ਮੈਂ ਬਹੁਤਾ ਪਿੱਛੇ ਨਾ ਵੀ ਜਾਵਾਂ, ਜੇ ਇਹਨੂੰ ਦੇਖਿਆ ਜਾਵੇ ਗੁਰੂ ਇਤਿਹਾਸ ਦੇ ਸੰਬੰਧ ਦੇ ਵਿੱਚ ਜਾਂ ਗੁਰੂ ਇਤਿਹਾਸ ਤੋਂ ਬਾਅਦ ਜਿਹੜਾ ਸਿੱਖ ਹਿਸਟਰੀ ਹੈ ਜੇ ਉਹਦੇ ਰਾਹੀਂ ਵੀ ਦੇਖਿਆ ਜਾਵੇ ਤਾਂ ਇਹ ਗੱਲ ਉਸ ਕੌਮ ਨੂੰ ਕਦੇ ਬਰਦਾਸ਼ਤ ਨਹੀਂ ਹੋਈ ਕਿ ਇੱਕ ਜਿਹੜੀ ਨਵੀਂ ਫਿਲਾਸਫੀ ਜਿਹੜੀ ਹੈ ਉਸ ਧਰਤੀ ਦੇ ਉੱਤੇ ਜਨਮ ਲੈ ਕੇ ਸਾਹਮਣੇ ਆਈ ਹੈ, ਜਿਹਨੇ ਪਹਿਲੀ ਫਿਲਾਸਫੀ ਨੂੰ ਟੋਟਲੀ ਕੰਡੈਮ ਕਰਦਾ ਹੈ ਕਿ ਇਹ ਜਿਹੜੀ ਹੈ ਇਹ ਮਨਘੜਤ ਕਹਾਣੀ ਹੈ। ਇਹ ਵੀ ਇੱਕ ਕਾਰਨ ਸੀ। ਦੂਜਾ ਕਾਰਨ ਵੱਡਾ ਇਹ ਸੀਗਾ ਕਿ ਜਦੋਂ ਐਮਰਜੈਂਸੀ ਦੇ ਦੌਰਾਨ ਜਦੋਂ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਚੁੱਪ ਕਰ ਗਈਆਂ, ਉਸ ਵੇਲੇ ਟਕਸਾਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀਗਾ ਉਹਦੇ ਵੱਲੋਂ ਜਾਂ ਹੋਰ ਸਿੱਖ ਜਥੇਬੰਦੀਆਂ ਵੱਲੋਂ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਥਾਂ ਥਾਂ ਜਲੂਸ ਕੱਢੇ ਗਏ ਜਾਂ ਥਾਂ ਥਾਂ ਜਿਹੜੇ ਉਹ ਨਗਰ ਕੀਰਤਨ ਹੋਏ, ਬਹੁਤ ਵੱਡੇ ਵੱਡੇ ਇਕੱਠ ਹੋਏ, ਜਦੋਂ ਕਿ ਐਮਰਜੈਂਸੀ ਦੇ ਵਿੱਚ ਦਫਾ 44 ਜਿਹੜੀ ਹੈ ਲਾਗੂ ਕਰਤੀ ਗਈ ਸੀ। ਉਹਦਾ ਮਤਲਬ ਇਹ ਹੁੰਦਾ ਹੈ ਕਿ 4 ਜਾਂ 4 ਤੋਂ ਵੱਧ ਬੰਦੇ ਜਿਹੜੇ ਕਿਤੇ ਵੀ ਇਕੱਠੇ ਨਹੀਂ ਹੋ ਸਕਦੇ। ਸੋ ਜਦੋਂ ਹਜ਼ਾਰਾਂ ਦੇ ਇਕੱਠ ਹੁੰਦੇ ਸੀਗੇ ਤਾਂ ਸਰਕਾਰ ਇਹਨੂੰ ਸਮਝਦੀ ਸੀ ਕਿ ਬਹੁਤ ਵੱਡਾ ਚੈਲੰਜ ਹੈ, ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਲੋਕ ਜਿਹੜੇ ਉਹ ਜੇਲ੍ਹਾਂ 'ਚ ਗਏ। ਸੋ ਉਸ ਵੇਲੇ ਇੰਦਰਾ ਗਾਂਧੀ ਨੇ ਸਮਝਿਆ ਕਿ ਮੇਰੀ ਪਾਵਰ ਵਾਸਤੇ ਇਹ ਕੌਮ ਜਿਹੜੀ ਇੱਕ ਵੱਡਾ ਚੈਲੰਜ ਬਣੂਗੀ। ਸੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਕਰਕੇ ਉਹਨਾਂ ਨੇ ਮਨ ਬਣਾ ਲਿਆ ਵੀ ਸਿੱਖਾਂ ਨੂੰ ਇੱਕ ਵਾਰ ਜ਼ਰੂਰ ਸਭ ਕੁਝ ਸਿਖਾਇਆ ਜਾਣਾ ਚਾਹੀਦਾ। ਸੋ ਉਹ ਇੱਕ ਛੋਟੇ ਛੋਟੇ ਕਾਰਨ ਜਿਹੜੇ ਉਹ ਇਕੱਠੇ ਹੋ ਕੇ ਇੱਕ ਮੌਕਾ ਬਣ ਗਿਆ। ਜਿਹੜੀ ਗੱਲ ਤੁਸੀਂ ਕਹਿੰਦੇ ਕਿ ਉਹਨਾਂ ਨੇ ਇਹ ਦਿਨ ਕਿਉਂ ਚੁਣਿਆ, ਇਹੀ ਸਵਾਲ ਅਸੀਂ ਪਿਛਲੇ 30 ਸਾਲ ਤੋਂ ਸਰਕਾਰਾਂ ਨੂੰ ਤੇ ਏਜੰਸੀਆਂ ਨੂੰ ਕਰ ਰਹੇ ਹਾਂ ਕਿ ਇਹ ਜੇ ਤੁਸੀਂ ਕਹਿੰਦੇ ਵੀ ਉੱਥੇ ਕੁਝ ਲੋਕ ਜਿਹੜੇ ਕਾਬਜ ਹੋ ਗਏ ਸੀਗੇ, ਜਿਹੜੇ ਅੱਤਵਾਦੀ ਸੀਗੇ, ਜਿਨ੍ਹਾਂ ਨੂੰ ਪਿੱਛੋਂ ਪਾਕਿਸਤਾਨ ਦੀ ਸਪੋਰਟ ਸੀ, ਚਾਈਨਾ ਦੀ ਸਪੋਰਟ ਸੀ, ਤੇ ਉਹ ਬੰਦਿਆਂ ਨੂੰ ਫੜਨ ਵਾਸਤੇ ਇਹਨਾਂ 10,000 ਜਾਂ 20,000 ਦਾ ਇਕੱਠ ਕਰਨਾ ਕਿਉਂ ਜ਼ਰੂਰੀ ਸੀ? ਉਹਨਾਂ ਨੂੰ ਉੱਥੇ ਘੇਰ ਕੇ ਮਾਰਨਾ ਕਿਉਂ ਜ਼ਰੂਰੀ ਸੀ? ਫਿਰ ਜੇ ਜਿਹੜੇ ਅੱਤਵਾਦੀਆਂ ਦੀ ਤੁਸੀਂ ਗੱਲ ਕਰਦੇ ਹੋ ਜਾਂ ਜਿਹੜੇ ਤੁਸੀਂ ਮਿਲੀਟੈਂਟ ਦੀ ਤੁਸੀਂ ਗੱਲ ਕਰਦੇ ਹੋ, ਜੇ ਉਹ ਦਰਬਾਰ ਸਾਹਿਬ ਦੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬੈਠੇ ਸੀ ਤਾਂ ਬਾਕੀ 37 ਜਿਹੜੇ ਇਤਿਹਾਸਕ ਗੁਰਦੁਆਰੇ ਉਹਨਾਂ ਦੇ ਵਿੱਚ ਕਿਹੜਾ ਅੱਤਵਾਦੀ ਸੀ? ਉਹਨਾਂ ਤੇ ਹਮਲਾ ਕੇ ਸੇਮ ਟਾਈਮ ਤੇ ਉਸੇ ਦਿਨ ਕਿਉਂ ਕੀਤਾ ਗਿਆ? ਸੋ ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਅਜੇ ਤੱਕ ਕੋਈ ਏਜੰਸੀ ਜਾਂ ਕੋਈ ਸਰਕਾਰ, ਚਾਹੇ ਉਹ ਕਾਂਗਰਸ ਦੀ ਹੋਵੇ, ਬੀਜੇਪੀ ਦੀ ਹੋਵੇ ਜਾਂ ਰਵਾਇਤੀ ਅਕਾਲੀਆਂ ਦੀ ਹੋਵੇ, ਉਹਨਾਂ 'ਚੋਂ ਕੋਈ ਵੀ ਇਸ ਗੱਲ ਦਾ ਕੋਈ ਜਵਾਬ ਨਹੀਂ ਦੇ ਸਕਿਆ ਅਜੇ ਤੱਕ। ਜਦ ਨਵੰਬਰ ਵਿੱਚ ਅਟੈਕ ਹੋਇਆ ਸੀ ਸਿੱਖਾਂ ਤੇ, ਹਾਂਜੀ, ਉਸ ਸਮੇਂ ਤੁਸੀਂ ਕਿੱਥੇ ਸੀ? ਉਸ ਵੇਲੇ ਵੀ ਅਸੀਂ ਜਲੰਧਰ ਦੇ ਵਿੱਚ ਹੀ ਸੀਗੇ। ਪਰ ਇਹ ਜਿਹੜਾ ਜੂਨ 84 ਦਾ, ਇਹਦੇ ਬਾਰੇ ਮੈਂ ਇੱਕ ਗੱਲ ਜਿਹੜੀ ਉਹ ਜ਼ਰੂਰ ਕਹਿਣੀ ਚਾਹੂੰਗਾ ਇੱਥੇ ਕਿ ਜਦੋਂ ਇਹ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਜਿੱਥੇ ਸਿੱਖਾਂ ਦੇ ਜਾਨ ਤੇ ਮਾਲ ਦੇ ਨੁਕਸਾਨ ਕੀਤਾ ਗਿਆ, ਉਹਦੇ ਨਾਲ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਸ਼ਰਧਾਲੂ ਜਿਨ੍ਹਾਂ ਨੇ ਹੱਥ ਖੜੇ ਕਰਕੇ ਬਾਹਰ ਆ ਗਏ, ਜਿਨ੍ਹਾਂ ਨੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਹੈ, ਜਿਹੜੇ ਉੱਥੇ ਉਸ ਲੜਾਈ ਦੇ ਵਿੱਚ ਇਨਵੋਲਵ ਨਹੀਂ ਸੀਗੇ, ਉਹਨਾਂ ਨੂੰ 20-25 ਬੰਦਿਆਂ ਦੀਆਂ ਜਿਹੜੀਆਂ ਲਾਈਨਾਂ ਬਣਾ ਕੇ ਤੇ ਉਹਨਾਂ ਨੂੰ ਗੋਲੀਆਂ ਮਾਰਤੀਆਂ ਗਈਆਂ। ਇਹ ਗੱਲ ਉਦੋਂ ਸਾਬਤ ਹੋਈ ਜਦੋਂ ਉਹਨਾਂ ਨੂੰ ਸ਼ਮਸ਼ਾਨ ਘਾਟ ਲਿਜਾਇਆ ਗਿਆ ਜਾਂ ਉਹਨਾਂ ਦਾ ਜਿਹੜਾ ਮੈਡੀਕਲ ਚੈੱਕਅਪ ਜਾਂ ਜੋ ਉਹਨਾਂ ਨੂੰ ਜਿਹੜਾ ਪੋਸਟਮਾਰਟਮ ਕਹਿੰਦੇ ਨੇ, ਪੋਸਟਮਾਰਟਮ ਤੇ ਕਿਹਨੇ ਕੀਤਾ ਉੱਥੇ, ਜਦੋਂ ਉਹਨਾਂ ਦੇ ਢੇਰਾਂ ਦੇ ਢੇਰ ਲਿਜਾ ਕੇ ਉਹਨਾਂ ਨੇ ਸ਼ਮਸ਼ਾਨ ਘਾਟਾਂ ਦੇ ਵਿੱਚ ਜਾਂ ਹੋਰ ਜਿੱਥੇ ਵੀ ਜਗ੍ਹਾ ਉਹਨਾਂ ਨੂੰ ਮਿਲੀ, ਉਹਨਾਂ ਨੂੰ ਢੇਰ ਲਾ ਕੇ ਉਹਨਾਂ ਲੱਕੜੀਆਂ ਸੁੱਟ ਕੇ ਤੇ ਜਦੋਂ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ, ਤਾਂ ਜਿਹੜੇ ਮੌਕੇ ਦੇ ਕੋਈ ਅਫਸਰ ਸੀ, ਚਾਹੇ ਉਹ ਪੁਲਿਸ ਅਫਸਰ ਸੀ ਜਾਂ ਚਾਹੇ ਉਹ ਆਰਮੀ ਦਾ ਅਫਸਰ ਸੀ, ਉਹ ਹੁਣ
ਆ ਕੇ 30 ਸਾਲਾਂ ਬਾਅਦ ਬੋਲਣ ਲੱਗੇ ਹੈ। ਉਹਨਾਂ ਨੇ ਇਹ ਗੱਲ ਜਿਹੜੀ ਹੈ ਖੁੱਲ੍ਹੇ ਤੌਰ ਤੇ ਕਹੀ ਹੈ ਕਿ ਬਹੁਤ ਸਾਰੇ ਲੋਕ ਉਸ ਵੇਲੇ ਉੱਥੇ ਇਹੋ ਜਿਹੇ ਪਹੁੰਚੇ ਜਿਨ੍ਹਾਂ ਦੀਆਂ ਬਾਹਾਂ ਪਿੱਛੇ ਬੰਨੀਆਂ ਹੋਈਆਂ ਸੀਗੀਆਂ। ਸੋ ਇਹ ਗੱਲ ਵੀ ਸਾਬਤ ਕਰਦੀ ਹੈ ਕਿ ਇਹ ਇੱਕ ਕੌਮ ਨੂੰ ਮਾਰਨ ਦੀ ਗੱਲ ਸੀ, ਨਾ ਕਿ ਉੱਥੇ ਕੁਛ ਕਿਸੇ ਅੱਤਵਾਦੀ ਦੀ ਗੱਲ ਸੀ, ਤੇ ਨਾ ਕੋਈ ਇਹੋ ਜਿਹਾ ਕੋਈ ਕਾਰਨ ਸੀ ਜਿਹਦੇ ਕਰਕੇ ਉਹਨਾਂ ਨੂੰ ਲੱਗਿਆ ਹੋਵੇ ਕਿ ਇਹ ਦੇਸ਼ ਜਿਹੜਾ ਇਹ ਟੁੱਟ ਜਾਏਗਾ। ਕਿਉਂਕਿ ਜੇ ਦੇਸ਼ ਦੇ ਟੁੱਟਣ ਦਾ ਫਿਕਰ ਹੋਵੇ ਇਸ ਕੌਮ ਨੂੰ ਜਾਂ ਇਸ ਸਰਕਾਰ ਨੂੰ ਜਾਂ ਇਸ ਦੇਸ਼ ਨੂੰ, ਤਾਂ ਜਦੋਂ ਸਿੱਖਾਂ ਨਾਲ ਜਾਂ ਮਿਨੋਰਟੀ ਨਾਲ ਜਦੋਂ ਇਦਾਂ ਕਤਲੇਆਮ ਕੀਤਾ ਜਾਂਦਾ ਹੈ, ਉਹ ਇੱਕ ਮੌਕਾ ਹੁੰਦਾ ਜਦੋਂ ਦੇਸ਼ ਟੁੱਟ ਸਕਦਾ ਹੈ, ਨਾ ਕਿ ਜਦੋਂ ਕੋਈ ਲੋਕੀ ਆਪਣੀ ਮੰਗ ਰੱਖਦੇ ਨੇ ਇਹਨਾਂ ਦੇ ਮੂਹਰੇ ਜਾਂ ਪੀਸਫੁਲੀ ਪ੍ਰੋਟੈਸਟ ਕਰਦੇ ਨੇ ਜਾਂ ਕੋਈ ਮੋਰਚਾ ਲਾਉਂਦੇ ਨੇ, ਉਹਦੇ ਨਾਲ ਦੇਸ਼ ਨਹੀਂ ਟੁੱਟਦਾ। ਉਹ ਸਾਰੇ ਜਿੰਨੇ ਵੀ ਆਜ਼ਾਦੀ ਪਸੰਦ ਮੁਲਕ ਨੇ ਉਹਨਾਂ ਦੇ ਵਿੱਚ ਜਿਹੜੇ ਪ੍ਰੋਟੈਸਟ ਹੁੰਦੇ ਨੇ, ਮੁਜ਼ਾਹਰੇ ਹੁੰਦੇ ਨੇ, ਸਾਰਾ ਕੁਝ ਹੁੰਦਾ ਹੈ, ਪਰ ਦੇਸ਼ ਉਦੋਂ ਟੁੱਟਦੇ ਨੇ ਜਦੋਂ ਕਿਸੇ ਕੌਮ ਨਾਲ ਧੱਕਾ ਹੁੰਦਾ ਹੈ, ਜਦੋਂ ਉਹਨਾਂ ਦਾ ਜੈਨੋਸਾਈਡ ਹੁੰਦਾ ਹੈ, ਜਦੋਂ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਮਾਰਿਆ ਜਾਂਦਾ ਹੈ। ਸੋ ਜੋ ਕੁਐਸਚਨ ਸੀ ਕਿ ਨਵੰਬਰ 84 ਵਿੱਚ ਤੁਸੀਂ ਕਿੱਥੇ ਸੀ? ਹਾਂਜੀ, ਇਹ ਮੈਂ ਜ਼ਰੂਰ ਮੈਂਸ਼ਨ ਕਰਨਾ ਚਾਹਾਂਗਾ ਕਿ ਜਦੋਂ ਜੂਨ 84 ਦੇ ਵਿੱਚ ਇਹ ਸਾਰੀ ਗੱਲਬਾਤ ਹੋਈ ਹੈ ਦਰਬਾਰ ਸਾਹਿਬ ਤੇ ਮੇਰਾ ਖਿਆਲ ਹੈ ਸ਼ਾਇਦ ਕੋਈ ਸਿੱਖ ਹੋਊਗਾ ਜਿਹੜਾ ਕਦੀ ਆਰਾਮ ਨਾਲ ਸੁੱਤਾ ਹੋਊਗਾ, ਜਾਂ ਜਿਹੜਾ ਰਾਤ ਨੂੰ ਜਿਹੜਾ ਉਹ ਇਸ ਤਰ੍ਹਾਂ ਤਵਕ ਕੇ ਨਾ ਉੱਠਿਆ ਹੋਊਗਾ ਵੀ ਇਹ ਮੇਰੀ ਕੌਮ ਨਾਲ ਕੀ ਹੋਇਆ, ਜਾਂ ਜਿਹਨੂੰ ਇਹ ਨਾ ਲੱਗਿਆ ਹੋਊਗਾ ਕਿ ਵੀ ਸ਼ਾਇਦ ਫਿਰ ਸਾਡੇ ਤੇ ਹਮਲਾ ਕੀਤਾ ਗਿਆ। ਉਸ ਤੋਂ ਬਾਅਦ ਕਿਉਂਕਿ ਅਸੀਂ ਜਲੰਧਰ 'ਚ ਰਹਿੰਦੇ ਸੀਗੇ, ਸਾਡੇ ਰਿਸ਼ਤੇਦਾਰ, ਸਾਡੇ ਬਹੁਤ ਨੇੜੇ ਦੇ ਮੇਰੇ ਦੋਸਤ ਜਾਂ ਰਿਸ਼ਤੇਦਾਰ ਜਿਹੜੇ ਪੁਲਿਸ ਦੇ ਵਿੱਚ ਸੀਗੇ, ਆਮ ਜਿਹੜੇ ਸਿੱਖ ਪੁਲਿਸ ਆਫੀਸਰ ਸੀਗੇ ਜਾਂ ਸਿਪਾਹੀ ਸੀਗੇ, ਉਹ ਬੈਠ ਕੇ ਉਹ ਵੀ ਆਪਣੇ ਆਪ ਨੂੰ ਜਾਣੀ ਇੱਕ ਤਰ੍ਹਾਂ ਠੱਗੇ ਹੋਏ ਮਹਿਸੂਸ ਕਰਦੇ ਸੀ। ਸ਼ਾਇਦ ਉਹ ਇਹ ਸਮਝਦੇ ਸੀ ਕਿ ਅਸੀਂ ਉਹਨਾਂ ਲੋਕਾਂ ਦੀ ਰਾਖੀ ਵਾਸਤੇ ਵਰਦੀ ਪਾਈ ਹੋਈ ਹੈ ਜਿਨ੍ਹਾਂ ਨੇ ਸਾਡੇ ਧਰਮ ਦਾ ਨਿਰਾਦਰ ਕੀਤਾ ਹੈ, ਜਿਨ੍ਹਾਂ ਨੇ ਸਾਡੇ ਧੀਆਂ ਭੈਣਾਂ ਬੱਚੀਆਂ ਨੂੰ ਬਜ਼ੁਰਗਾਂ ਨੂੰ ਰੋਲਿਆ ਹੈ ਔਰ ਉਹਨਾਂ ਨੂੰ ਲਾਈਨਾਂ 'ਚ ਖੜਾ ਕੇ ਜਿਹੜਾ ਗੋਲੀਆਂ ਨਾਲ ਉਹਨਾਂ ਨੂੰ ਸ਼ੂਟ ਕੀਤਾ ਹੈ। ਸੋ ਉਹ ਗੱਲਾਂ ਜਦੋਂ ਅਸੀਂ ਕਿਤੇ ਬਹਿੰਦੇ ਸੀ ਸਾਰੇ ਉਹਨਾਂ ਦੇ ਨਾਲ, ਤੇ ਉਹ ਇਹੀ ਗੱਲਬਾਤ ਕਰਦੇ ਸੀਗੇ ਵੀ ਸਾਡਾ ਵਿਸ਼ਵਾਸ ਇਹ ਕਹਿੰਦਾ ਹੈ ਕਿ ਜੇ ਸਿੱਖ ਹਿਸਟਰੀ ਨੇ ਆਪਣੇ ਆਪ ਨੂੰ ਦੁਹਰਾਇਆ ਤਾਂ ਇਹ ਬਹੁਤ ਲੰਮਾ ਸਮਾਂ ਨਹੀਂ ਜਦੋਂ ਇਹ ਇੰਦਰਾ ਗਾਂਧੀ ਦਾ ਜਿਹੜਾ ਇਹ ਹਿਸਾਬ ਕਿਤਾਬ ਜਿਹੜਾ ਕੀਤਾ ਜਾਏ। ਸੋ ਅਸੀਂ ਕੁਦਰਤੀ ਇੱਕ ਗੁਰੂ ਨਾਨਕ ਚੌਂਕ ਇੱਕ ਜਲੰਧਰ 'ਚ ਪੈਂਦਾ, ਉੱਥੇ ਬੈਠੇ ਇੱਕ ਪੁਲਿਸ ਚੌਂਕੀ ਸੀਗੀ, ਤੇ ਉੱਥੇ ਮੈਂ ਵੀ ਖੜਾ ਸੀ, ਹੋਰ ਵੀ ਮੇਰੇ ਸੱਜਣ ਜਿਨ੍ਹਾਂ ਦੀ ਡਿਊਟੀ ਸੀ ਉੱਥੇ। ਤਾਂ ਉਸ ਵੇਲੇ ਇਹ ਖਬਰ ਜਿਹੜੀ ਹੈ ਇਹ ਆਈ ਹੈ ਰੇਡੀਓ ਤੇ ਕਿ ਇਸ ਤਰ੍ਹਾਂ ਕਰਕੇ ਉਹਨੂੰ ਇੰਦਰਾ ਗਾਂਧੀ ਨੂੰ ਸ਼ੂਟ ਕਰਤਾ ਗਿਆ। ਸਿੱਖ ਕਦੇ ਕਿਸੇ ਦੇ ਮਰਨ ਤੇ ਖੁਸ਼ੀ ਨਹੀਂ ਮਨਾਉਂਦਾ, ਪਰ ਜਦੋਂ ਸਿੱਖ ਜ਼ਾਲਮ ਨੂੰ ਸੋਧਾ ਲਾਉਂਦਾ ਹੈ, ਜ਼ਾਲਮ ਕੌਣ ਹੈ ਇਹਦੇ 'ਚ ਵੀ ਸਿੱਖੀ 'ਚ ਡਿਫਾਈਨ ਕੀਤਾ ਹੋਇਆ, ਜਿਹੜਾ ਨਿਰਦੋਸ਼ ਲੋਕਾਂ ਦੇ ਉੱਤੇ ਹਮਲਾ ਕਰਦਾ ਹੈ, ਨਿਰਦੋਸ਼ ਲੋਕਾਂ ਨੂੰ ਮਾਰਦਾ ਹੈ। ਅਸੀਂ ਹਮੇਸ਼ਾ ਲੰਮੇ ਸਮੇਂ ਤੋਂ ਹੁਣ ਇਸ ਗੱਲ ਨਾਲ ਜੁੜੇ ਹੋਏ ਹਾਂ, ਹਮੇਸ਼ਾ ਇਸ ਗੱਲ ਲਈ ਖੁੱਲ੍ਹੇ ਤੌਰ ਤੇ ਏਜੰਸੀਆਂ ਨੂੰ, ਸਰਕਾਰਾਂ ਨੂੰ, ਮੀਡੀਆ ਨੂੰ ਇਸ ਗੱਲ ਲਈ ਚੈਲੰਜ ਕਰਦੇ ਹਾਂ ਕਿ ਅੱਜ ਇਹ ਵਿਸ਼ਾ ਜਿਹੜਾ ਇੱਕ ਡਿਬੇਟ ਦਾ ਵਿਸ਼ਾ ਹੈ ਕਿ ਕੀ ਜੋ ਕੁਝ ਸਿੱਖਾਂ ਨਾਲ ਹੋਇਆ ਹੈ ਉਹ ਭੁੱਲਿਆ ਜਾ ਸਕਦਾ ਹੈ, ਕੀ ਜੋ ਕੁਝ ਸਿੱਖਾਂ ਨੇ ਹੰਢਾਇਆ ਹੈ ਕੀ ਉਹਨੂੰ ਭੁੱਲਿਆ ਜਾ ਸਕਦਾ। ਪਰ ਅਸੀਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗੇ ਕਿ ਜਦੋਂ ਕਿਤੇ ਵੀ ਸਿੱਖਾਂ ਨੇ ਕਿਸੇ ਜ਼ਾਲਮ ਦਾ ਸੋਧਾ ਲਾਇਆ ਤਾਂ ਉਹਦੀ ਜਿਹੜੀ ਸੈਲੀਬ੍ਰੇਸ਼ਨ ਸਿੱਖਾਂ ਨੇ ਜ਼ਰੂਰ ਕੀਤੀ ਹੈ। ਸੋ ਉਸ ਵੇਲੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖ ਨੇ ਇੱਕ ਵਾਰ ਰਾਹਤ ਮਹਿਸੂਸ ਕੀਤੀ ਕਿ ਸ਼ਾਇਦ ਸਿੱਖਾਂ ਦੀ ਜਿਹੜੀ ਲੱਥੀ ਹੋਈ ਪੱਗ ਹੈ ਇਹ ਦੁਬਾਰਾ ਫਿਰ ਉਹਨਾਂ ਦੇ ਸਿਰ ਤੇ ਰੱਖੀ ਗਈ। ਪਰ ਉਹ ਜਿਹੜੀ ਖੁਸ਼ੀ ਸੀ ਸਿੱਖਾਂ ਦੀ ਉਹ ਬਹੁਤੀ ਦੇਰ ਬਰਕਰਾਰ ਨਹੀਂ ਰਹੀ। ਅਗਲੇ ਕੁਝ ਘੰਟਿਆਂ ਦੇ ਵਿੱਚ ਇਹ ਖਬਰ ਆਉਣੀ ਸ਼ੁਰੂ ਹੋ ਗਈ ਕਿ ਕਿਵੇਂ ਦਿੱਲੀ ਦੇ ਵਿੱਚ ਜਾਂ ਦਿੱਲੀ ਤੋਂ ਨਾਲ ਹੋਰ ਦੂਸਰੀਆਂ ਸਟੇਟਾਂ ਦੇ ਵਿੱਚ ਸਿੱਖਾਂ ਦਾ ਜਿਹੜਾ ਕਤਲੇਆਮ ਹੋ ਰਿਹਾ ਹੈ। ਸਾਨੂੰ ਇਹ ਗੱਲ ਤਾਂ ਮਿਲੀ ਕਿ ਜਿੱਦਣ ਇੰਦਰਾ ਗਾਂਧੀ ਦਾ ਮਰਡਰ ਹੁੰਦਾ ਹੈ ਉਸੇ ਰਾਤ ਨੂੰ ਤੜਕੇ ਸਾਰ ਤਕਰੀਬਨ 4 ਵਜੇ ਇੱਕ ਟਰੱਕ ਜਿਹੜਾ ਸਾਡੇ ਘਰ ਦੇ ਮੂਹਰੇ ਆ ਕੇ ਰੁਕਦਾ ਹੈ। ਉਹਦੇ ਚੋਂ ਬੜੀ ਰੌਲਾ ਹਾਹਾਕਾਰ ਜਿਹੜਾ ਉਹ ਸਾਡੇ ਸੁਣਨ ਨੂੰ ਮਿਲਦੀ ਹੈ। ਅਸੀਂ ਇੱਕਦਮ ਸਾਰੇ ਜਿੱਦਾਂ ਅਚਾਨਕ ਜਾਗਦੇ 4 ਵਜੇ ਤਕਰੀਬਨ ਜਿਹੜਾ ਟਿਕਾ ਹੁੰਦਾ ਸਾਰੇ ਪਾਸੇ। ਜਦੋਂ ਅਸੀਂ ਦੇਖਦੇ ਹਾਂ ਤਾਂ ਸਾਡੀ ਇੱਕ ਫੈਮਿਲੀ ਜਿਹੜੀ ਉਸ ਵੇਲੇ ਯੂਪੀ ਦੇ ਵਿੱਚ ਆਪਣਾ ਬਿਜ਼ਨਸ ਕਰਦੇ ਸੀਗੇ, ਉਹ ਸਾਰੇ ਉਹਦੇ 'ਚ ਟਰੱਕ ਦੇ ਵਿੱਚ ਲੱਦੇ ਹੋਏ ਨੇ। ਉਹ ਫਟਾਫਟ ਟਰੱਕ ਤੋਂ ਬਾਹਰ ਆਏ
ਜਿਹੜੀ ਅਸੀਂ ਉਹਨਾਂ ਦੀ ਹਾਲਤ ਦੇਖੀ, ਜਿਵੇਂ ਅਸੀਂ ਘਰਾਂ ਦੇ ਵਿੱਚ ਹੁੰਦੇ ਹਾਂ, ਚੱਪਲਾਂ ਪਾ ਕੇ ਘੁੰਮਦੇ ਹਾਂ, ਕਿਸੇ ਨੇ ਪਜਾਮਾ ਪਾਇਆ, ਕਿਸੇ ਨੇ ਨਹੀਂ ਪਾਇਆ, ਜਾਂ ਬੀਬੀਆਂ ਦੇ ਉਹੀ ਜਿਹੜੇ ਦਰਾਣੇ ਜਿਹੇ ਕੱਪੜੇ, ਸਾਰਾ ਕੁਝ ਦੇਖ ਕੇ ਤੇ ਸਾਨੂੰ ਵੀ ਇੱਕਦਮ ਐ ਸ਼ੌਕ ਜਿਹਾ ਲੱਗਿਆ ਵੀ ਇਹ ਕੀ ਹੋਇਆ। ਫਿਰ ਜਿਹੜੀ ਉਹਨਾਂ ਨੇ ਕਹਾਣੀ ਦੱਸੀ ਵੀ ਉਹ ਕਿਵੇਂ ਮਥੁਰਾ ਦੇ ਨੇੜੇ ਇੱਕ ਬਾਈਪਾਸ ਦੇ ਉੱਤੇ ਉਹਨਾਂ ਦਾ ਹੋਟਲ ਸੀਗਾ, ਉੱਥੋਂ ਕਿਵੇਂ ਟਰੱਕ ਰਾਹੀਂ ਉਹ ਪੰਜਾਬ ਪਹੁੰਚੇ, ਉਹ ਸਾਰੀ ਉਹਨਾਂ ਨੇ ਕਹਾਣੀ ਦੱਸੀ ਕਿ ਕਿਵੇਂ ਥਾਂ ਥਾਂ ਉਹਨਾਂ ਨੂੰ ਰੋਕਿਆ ਗਿਆ, ਕਿਵੇਂ ਇੱਕ ਹਿੰਦੂ ਡਰਾਈਵਰ ਨੇ ਯੂਪੀ ਦੇ ਨੇ ਉਹ ਜਿਹੜਾ ਟਰੱਕ ਹੈ ਉਹ ਪੰਜਾਬ ਦੇ ਬਾਰਡਰ ਤੱਕ ਉਹ ਡਰਾਈਵ ਕਰਕੇ ਲਿਆਂਦਾ ਹੈ ਤੇ ਪੰਜਾਬ ਤੋਂ ਫਿਰ ਉਹ ਵਾਪਸ ਆ ਚਲੇ ਗਿਆ ਤੇ ਫਿਰ ਉਹ ਆਏ। ਯਾਨੀ ਇੱਥੋਂ ਤੱਕ ਕਿ ਕਰੋੜਾਂ ਰੁਪਏ ਦੀ ਜਾਇਦਾਦ ਜਿਹੜੀ ਸੀ ਉੱਥੇ ਉਹ ਛੱਡ ਕੇ ਉਵੇਂ ਖੁੱਲ੍ਹੀ ਕਿ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ 150-200 ਬੰਦਾ ਜਿਹੜਾ ਉਹ ਇਕੱਠਾ ਹੋ ਕੇ ਉਹ ਉਹਨਾਂ ਦੇ ਹੋਟਲ ਵੱਲ ਨੂੰ ਆ ਰਿਹਾ ਹੈ, ਕਿਸੇ ਬੰਦੇ ਨੇ ਵਿੱਚੋਂ ਇਨਫੋਰਮੇਸ਼ਨ ਉਹਨਾਂ ਨੂੰ ਦਿੱਤੀ ਕਿ ਤੁਸੀਂ ਜੇ ਭੱਜ ਸਕਦੇ ਆ ਤਾਂ ਭੱਜ ਲਓ, ਤੁਹਾਡੇ ਕੋਲ 5 ਜਾਂ 7 ਮਿੰਟ ਹੋਰ ਹੈ। ਉਹ ਕੋਈ ਵੀ ਚੀਜ਼ ਜਿਹੜੀ ਆ ਉਹ ਚੱਕਣ ਦੇ ਕਾਬਿਲ ਨਹੀਂ ਸੀਗੇ ਕਿ ਉੱਥੇ ਕੋਈ ਛੋਟੀ ਮੋਟੀ ਜਾਂ ਮਹਿੰਗੀ ਜਾਂ ਕੋਈ ਚੀਜ਼ ਜਿਹੜੀ ਉਹ ਆਪਣੇ ਟਰੱਕ 'ਚ ਰੱਖ ਲੈਣ। ਉਵੇਂ ਜਿਵੇਂ ਉਹ ਕੱਪੜਿਆਂ 'ਚ ਸੀਗੇ ਉਵੇਂ ਉਹ ਪੰਜਾਬ ਕਰਦੇ ਆ। ਸੋ ਇਹ ਚੀਜ਼ ਨੇ ਇੱਕਦਮ ਲੋਕਾਂ ਨੂੰ ਸ਼ੌਕ ਕੀਤਾ ਹੈ। ਔਰ ਦੂਸਰੇ ਪਾਸੇ ਇਹ ਗੱਲ ਜਿਹੜੀ ਹੈ ਮੈਂ ਨਿੱਜੀ ਤੌਰ 'ਤੇ ਤਾਂ ਭਾਵੇਂ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਿਆ, ਉਹਨਾਂ ਦੀਆਂ ਕਹਾਣੀਆਂ ਵੀ ਸੁਣੀਆਂ, ਚਲੋ ਉਹ ਸਾਰੀਆਂ ਕਹਾਣੀਆਂ ਜਿਹੜੀਆਂ ਅਸੀਂ ਨੈੱਟ 'ਤੇ ਜਾਂ ਹੋਰ ਜਿਹੜੇ ਸਾਧਨਾਂ ਰਾਹੀਂ ਅਸੀਂ ਸੁਣਦੇ ਹਾਂ, ਪਰ ਜਿਹੜੀ ਗੱਲ ਇੱਥੇ ਖਾਸ ਤੌਰ ਤੇ ਮੈਂ ਮੈਂਸ਼ਨ ਕਰਨੀ ਚਾਹੁੰਦਾ ਕਿ 3 ਦਿਨ ਲਗਾਤਾਰ ਇੰਦਰਾ ਗਾਂਧੀ ਦੀ ਬਾਡੀ ਜਿਹੜੀ ਆ ਉੱਥੇ ਰੱਖੀ ਗਈ ਲੋਕਾਂ ਨੂੰ ਦਿਖਾਉਣ ਵਾਸਤੇ। ਇਸ ਕਰਕੇ ਨਹੀਂ ਕਿ ਉਹ ਕੋਈ ਧਾਰਮਿਕ ਆਗੂ ਸੀਗੀ, ਇਸ ਕਰਕੇ ਨਹੀਂ ਕਿ ਉਹਨੇ ਕੋਈ ਬਹੁਤ ਵੱਡਾ ਕਰਮ ਕੀਤਾ ਹੋਇਆ ਸੀਗਾ ਹਿੰਦੁਸਤਾਨ ਲਈ, ਇਸ ਕਰਕੇ ਨਹੀਂ ਕਿ ਉਹ ਕਿਸੇ ਆਜ਼ਾਦੀ ਘੁਲਾਟੀਏ ਦੀ ਬੇਟੀ ਸੀ ਜਾਂ ਉਹ ਆਪ ਆਜ਼ਾਦੀ ਦੀ ਲੜਾਈ ਉਹਨੇ ਲੜੀ ਹੋਈ ਸੀ। ਕੋਈ ਐਡੀ ਖਾਸ ਮਹਾਨ ਸ਼ਖਸੀਅਤ ਨਹੀਂ ਸੀ ਉਹ ਇੱਕ ਪੋਲੀਟੀਕਲ ਲੇਡੀ ਸੀ। ਉਹਨੇ ਜੋ ਕੁਝ ਆਪਣੀ ਪੋਲਿਟਿਕਸ ਜਿਹੜੀ ਹੈ ਉਹਦੇ 'ਚ ਜਿਹੜੀ ਉਹਨੇ ਖੇਡ ਕੀਤੀ ਉਹਦਾ ਉਹਨੂੰ ਮੁੱਲ ਤਾਰਨਾ ਪਿਆ। ਉਹਨੂੰ ਐਡੀ ਮਹਾਨ ਦੁਰਗਾ ਮਾਤਾ ਬਣਾ ਕੇ ਤੇ ਫਿਰ ਉਹਨੂੰ ਪੇਸ਼ ਕੀਤਾ ਗਿਆ, ਜਿਹਦੇ ਨਾਲ ਪੂਰੇ ਹਿੰਦੁਸਤਾਨ 'ਚ ਬੈਠੇ ਜਿਹੜੇ ਲੋਕ ਹੈ ਉਹਨਾਂ ਨੂੰ ਭੜਕਾਇਆ ਗਿਆ। ਉਹ ਸਿੱਖਾਂ ਦੇ ਖਿਲਾਫ ਜਿਹੜਾ ਉਹ ਵਾਇਲੈਂਸ ਹੋਈ। ਜਿੰਨੇ ਕੁ ਉਹਦੀ ਕੀਮਤ ਜਿਹੜੀ ਆ ਸਿੱਖਾਂ ਨੂੰ ਪੇ ਕਰਨੀ ਪਈ ਉਹ ਅਸੀਂ ਪਿਛਲੇ 30 ਸਾਲਾਂ 'ਚ ਬਹੁਤ ਚੰਗੀ ਤਰ੍ਹਾਂ ਜਾਣ ਚੁੱਕੇ ਹਾਂ। ਤੇ ਮੈਂ ਇੱਕ ਗੱਲ ਜਿਹੜੀ ਆ ਜ਼ਰੂਰ ਕਹਿਣੀ ਚਾਹਾਂਗਾ ਜਾਣ ਤੋਂ ਪਹਿਲਾਂ ਕਿ ਅੱਜ ਵੀ ਮੇਰਾ ਸਵਾਲ ਇਹੀ ਹੈ ਕਿ ਬਹੁਤ ਸਾਰੇ ਪੋਲੀਟੀਕਲ ਬੰਦਿਆਂ ਨਾਲ ਮਿਲਣ ਦਾ ਮੌਕਾ ਮਿਲਦਾ, ਚਾਹੇ ਉਹ ਹਿੰਦੂ ਹੋਣ, ਚਾਹੇ ਉਹ ਸਿੱਖ ਹੋਣ, ਕਿਸੇ ਵੀ ਸਟੇਟ ਨੂੰ ਬਿਲੋਂਗ ਕਰਦੇ ਹੋਣ, ਕਿਉਂਕਿ ਅਸੀਂ ਵੀ ਇੱਕ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦੇ ਹਾਂ। ਸਾਡਾ ਵੀ ਇਹ ਪਿਛਲੇ 30 ਸਾਲ ਤੋਂ ਇਹੀ ਸੰਘਰਸ਼ ਹੈ ਕਿ ਸਿੱਖਾਂ ਨੂੰ ਉਸ ਗੱਲ ਤੋਂ ਇਹ ਜਿਹੜਾ ਸਬਕ ਜ਼ਰੂਰ ਲੈਣਾ ਚਾਹੀਦਾ ਕਿ ਇਸ ਦੇਸ਼ ਦੇ ਵਿੱਚ ਜਿਹੜੀ ਮਰਜ਼ੀ ਸਟੇਟ 'ਚ ਬੈਠਾ ਹੋਵੇ ਸਿੱਖ ਉਹ ਮਹਿਫੂਜ਼ ਨਹੀਂ ਹੈ, ਉਹ ਸੇਫ ਨਹੀਂ ਹੈ। ਈਵਨ ਪੰਜਾਬ 'ਚ ਬੈਠਾ ਹੋਇਆ ਸਿੱਖ ਵੀ ਜਿਹੜਾ ਉਹ ਸੇਫ ਨਹੀਂ ਹੈ। ਅੱਜ ਤੁਸੀਂ ਪੰਜਾਬ 'ਚ ਜਾਓ, ਅੱਗੇ ਪੰਜਾਬ ਦੇ ਲੋਕ ਗੱਲ ਕਰਦੇ ਸੀ ਤਾਂ ਜਿਹੜੇ ਬਾਹਰਲੀਆਂ ਸਟੇਟਾਂ ਦੇ ਲੋਕ ਸੀਗੇ ਉਹ ਡਰਦੇ ਸੀਗੇ ਵੀ ਜੇ ਪੰਜਾਬ 'ਚ ਕਿਸੇ ਤਰ੍ਹਾਂ ਦੀ ਕੋਈ ਮੂਵਮੈਂਟ ਚੱਲੀ ਜਾਂ ਕੋਈ ਪੰਜਾਬ ਦੇ ਲੋਕਾਂ ਨੇ ਕੋਈ ਇਹੋ ਜਿਹੀ ਗੱਲ ਕੀਤੀ ਜਿਹੜੀ ਦੂਸਰੀ ਕਮਿਊਨਿਟੀ ਜਾਂ ਮੈਜੋਰਟੀ ਕਮਿਊਨਿਟੀ ਦੇ ਹੱਕ 'ਚ ਨਾ ਗਈ ਤਾਂ ਬਾਹਰਲੇ ਸਿੱਖਾਂ ਦਾ ਨੁਕਸਾਨ ਹੋ ਸਕਦਾ। ਪਰ ਅੱਜ ਜੋ ਕੁਝ ਮੈਂ ਪੰਜਾਬ 'ਚ ਮੈਂ ਤਕਰੀਬਨ ਇੱਕ ਵਾਰ ਸਾਲ 'ਚ ਜ਼ਰੂਰ ਜਾਂਦਾ, ਜੋ ਕੁਝ ਮੈਂ ਪੰਜਾਬ 'ਚ ਦੇਖਦਾ ਕਿ ਪੰਜਾਬ ਦਾ ਹਰ ਸਿੱਖ ਚਾਹੇ ਉਹ ਜਿਹੜੀ ਮਰਜ਼ੀ ਭਾਸ਼ਾ ਬੋਲੇ, ਜਿਹੜੀ ਮਰਜ਼ੀ ਰਾਜਨੀਤੀ ਨੂੰ ਬਿਲੋਂਗ ਕਰਦਾ ਹੋਵੇ, ਜਿਹੜਾ ਮਰਜ਼ੀ ਉਹ ਧਾਰਮਿਕ ਆਗੂ ਹੋਵੇ, ਉਹਦੇ ਮਨ ਦੇ ਵਿੱਚ ਡਰ ਬੈਠਾ ਹੋਇਆ ਕਿ ਕਿਸੇ ਵੇਲੇ ਵੀ ਪੰਜਾਬ ਦੇ ਵਿੱਚ ਵੀ ਸਿੱਖਾਂ ਦਾ ਘਾਣ ਹੋ ਸਕਦਾ। ਤੇ ਇਹ ਸਾਰੀ ਗੱਲ ਜਿਹੜੀ ਹੈ 30 ਸਾਲਾਂ 'ਚ ਸਾਨੂੰ ਇੱਥੇ ਲੈ ਕੇ ਆਈ ਹੈ ਕਿ ਅੱਜ ਸਿੱਖਾਂ ਨੂੰ ਇਹ ਸੋਚਣਾ ਪਊਗਾ ਕਿ ਕੀ ਹਿੰਦੁਸਤਾਨ ਦੇ ਵਿੱਚ ਰਹਿ ਕੇ ਸਿੱਖਾਂ ਦਾ ਭਵਿੱਖ ਜਿਹੜਾ ਉਹ ਸੇਫ ਹੈ, ਜਾਂ ਸਿੱਖਾਂ ਨੂੰ ਦੂਜੀਆਂ ਕੌਮਾਂ ਵਾਂਗ ਜੇ ਕ੍ਰਿਸਚੀਅਨ ਜਿਹੜੇ ਆ ਉਹਨਾਂ ਨੂੰ ਆਪਣਾ ਘਰ ਚਾਹੀਦਾ, ਜੇ ਬੋਧੀਆਂ ਨੂੰ ਆਪਣਾ ਘਰ ਚਾਹੀਦਾ, ਜੇ ਹਿੰਦੂਆਂ ਨੂੰ ਆਪਣਾ ਘਰ ਚਾਹੀਦਾ, ਜੇ ਮੁਸਲਮਾਨਾਂ ਨੂੰ ਆਪਣਾ ਕੰਟਰੀ ਚਾਹੀਦਾ, ਤਾਂ ਸਿੱਖਾਂ ਨੂੰ ਇਹ ਗੱਲ ਜਿਹੜੀ ਹੈ, ਸਿੱਖਾਂ ਦੇ ਤਾਂ ਧਰਮ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਰਾਜ ਤੋਂ ਬਿਨਾਂ ਧਰਮ ਚੱਲ ਹੀ ਨਹੀਂ ਸਕਦਾ। ਅੱਜ ਜਿਹੜੀ ਸਾਡੇ ਧਰਮ ਦੀ ਦੁਰਗਤ ਹੋ ਰਹੀ ਹੈ ਉਹਦੇ ਪਿੱਛੇ ਇਹ ਪੋਲੀਟੀਕਲ ਕਾਰਨ ਵੀ ਹੈਗੇ ਆ ਕਿ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ। ਸੋ ਇਹ ਸਿੱਖ ਕੌਮ ਨੂੰ ਸੋ ਨਵੰਬਰ ਵਿੱਚ ਜਦ ਇੰਦਰਾ ਗਾਂਧੀ ਮਾਰੀ ਗਈ ਤਾਂ ਉਹਨਾਂ ਦਾ ਕੀ ਰਿਐਕਸ਼ਨ ਸੀ? ਉਦੋਂ ਇਹਨਾਂ ਦਾ ਰਿਐਕਸ਼ਨ ਇਹ ਸੀ ਕਿ ਉਤੋਂ ਠੀਕ 3 ਦਿਨ ਬਾਅਦ ਉਹਨਾਂ ਨੇ ਜਿਹੜੀਆਂ ਹਿੰਦੂ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਸੱਦਾ ਦਿੱਤਾ, ਜਿਵੇਂ ਸ਼੍ਰੋਮਣੀ ਕਮੇਟੀ ਨੇ ਕਿਹਾ ਸੀਗਾ ਵੀ ਅਸੀਂ ਇੱਕ ਕਾਲਾ ਦਿਨ ਮਨਾਈਏ, ਜਾਂ ਇਸੇ ਤਰ੍ਹਾਂ ਉਹਨਾਂ ਨੇ ਵੀ ਇੱਕ ਕਾਲਾ ਦਿਨ ਮਨਾਇਆ
ਉਹਨਾਂ ਨੇ ਵੀ ਕਾਲੀਆਂ ਪੱਟੀਆਂ ਬੰਨੀਆਂ। ਤੇ ਮਤਲਬ ਜੇ ਉਸ ਵੇਲੇ ਜਿਹੜਾ ਹਿੰਦੂਆਂ ਦਾ ਰਿਐਕਸ਼ਨ ਇਹ ਸੀ, ਜਿੱਥੇ ਖਾਸ ਕਰ ਮੈਜੋਰਟੀ ਸੀਗੇ ਉਹਨਾਂ ਨੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਕਿ ਸਿੱਖਾਂ ਦੇ ਜਿਹੜੇ ਘਰ ਹੈ ਜਾਂ ਸਿੱਖਾਂ ਦੀਆਂ ਦੁਕਾਨਾਂ ਨੇ। ਔਰ ਇੱਕ ਗੱਲ ਜ਼ਰੂਰ ਮੈਂ ਇੱਥੇ ਮੈਂਸ਼ਨ ਕਰਨੀ ਚਾਹੁੰਦਾ ਕਿ ਦੇਖੋ, ਅਸੀਂ ਜਦੋਂ 84 'ਚ ਅਟੈਕ ਹੋਇਆ, ਕਿਸੇ ਵੀ ਸਿੱਖ ਪਰਿਵਾਰ ਨੇ ਕਿਸੇ ਹਿੰਦੂ ਬਿਜ਼ਨਸਮੈਨ ਦਾ ਬਾਈਕਾਟ ਨਹੀਂ ਕੀਤਾ। ਪਰ ਜਿੱਦਣ ਇੰਦਰਾ ਗਾਂਧੀ ਮਾਰੀ ਜਾਂਦੀ ਹੈ, ਉਸ ਤੋਂ ਬਾਅਦ ਕੋਈ ਹਿੰਦੂ ਜਿਹੜਾ ਕਿਸੇ ਸਿੱਖ ਦੀ ਦੁਕਾਨ ਤੇ ਨਹੀਂ ਚੜਿਆ। ਮੈਂ ਇਸ ਗੱਲ ਦਾ ਵਿਟਨੈਸ ਹਾਂ। ਇਸੇ ਕਰਕੇ ਸਾਨੂੰ ਉਹ ਬਿਜ਼ਨਸ ਬੰਦ ਕਰਕੇ ਬਾਹਰ ਆਉਣਾ ਪਿਆ ਕਿ ਬਿਜ਼ਨਸ ਜਿਹੜਾ ਉਸ ਵੇਲੇ ਅਸੀਂ ਵਧੀਆ ਯਾਨੀ ਆਪਣਾ ਕੰਮ ਕਾਰ ਚੱਲ ਰਿਹਾ ਸੀ, ਰੋਟੀ ਕਮਾ ਰਹੇ ਸੀ, ਸਾਨੂੰ ਇਸੇ ਕਰਕੇ ਉਹ ਬੰਦ ਕਰਕੇ ਸਾਰਾ ਕੁਝ ਉਹ ਬਾਹਰ ਆਉਣਾ ਪਿਆ ਕਿ ਉਹਨਾਂ ਨੇ ਟੋਟਲੀ ਸਿੱਖਾਂ ਦੀਆਂ ਦੁਕਾਨਾਂ ਦਾ ਬਾਈਕਾਟ ਕਰਤਾ, ਟੋਟਲੀ ਬਿਜ਼ਨਸ ਜਿਹੜਾ ਬਾਈਕਾਟ ਕਰਤਾ। ਤੇ ਤੁਸੀਂ ਜਿਸ ਤਰ੍ਹਾਂ ਬੋਲਿਆ ਸੀ ਕਿ ਜਲੰਧਰ ਵਿੱਚ ਜ਼ਿਆਦਾਤਰ ਹਿੰਦੂਆਂ ਦੀ ਸੀ ਮੈਜੋਰਟੀ, ਸੋ ਤੁਸੀਂ ਉਸ ਸਮੇਂ ਫਿਰ ਸੇਫ ਫੀਲ ਕਰਦੇ ਸੀ ਜਦ ਤੁਸੀਂ ਸੁਣਿਆ ਕਿ ਨਹੀਂ, ਬਹੁਤ ਸਾਰੇ ਜਿਹੜੇ ਸਿੱਖ ਹੈ ਉਹਨਾਂ ਨੂੰ ਪ੍ਰੋਬਲਮ ਆਈ ਉੱਥੇ ਜਲੰਧਰ, ਕਿਉਂਕਿ ਅਸੀਂ ਤਾਂ ਪਹਿਲਾਂ ਤੋਂ ਕਿਉਂਕਿ ਅਸੀਂ ਪੁਸ਼ਤ ਦਰ ਪੁਸ਼ਤ ਅਸੀਂ ਅੰਮ੍ਰਿਤਧਾਰੀ ਹਾਂ। ਅਸੀਂ ਹਮੇਸ਼ਾ ਆਪਣੇ ਹਥਿਆਰ ਜਿਹੜੇ ਆਪਣੇ ਅਸੀਂ ਨਾਲ ਰੱਖਦੇ ਹਾਂ। ਸੋ ਸਾਨੂੰ ਇੱਦਾਂ ਦੀ ਕਦੇ ਘਬਰਾਹਟ ਨਹੀਂ ਹੋਈ ਵੀ ਸਾਡੇ 'ਤੇ ਕੋਈ ਹਮਲਾ ਕਰੂਗਾ ਜਾਂ ਸਾਨੂੰ ਕੋਈ ਨੁਕਸਾਨ ਪਹੁੰਚਾਊਗਾ। ਪਰ ਜਲੰਧਰ ਦੇ ਵਿੱਚ ਬਹੁਤ ਸਾਰੇ ਜਿਹੜੇ ਬਿਜ਼ਨਸਮੈਨ ਜਿਹੜੇ ਰਹਿੰਦੇ ਆ, ਜਿਨ੍ਹਾਂ ਦਾ ਪਿੰਡਾਂ ਦੇ ਨਾਲ ਪਿਛੋਕੜ ਨਹੀਂ ਹੈਗਾ, ਉਹ ਇਸ ਗੱਲੋਂ ਵੇਸਲੇ ਸੀਗੇ। ਔਰ ਉਸ ਵੇਲੇ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਟਰੱਕ ਭਰ ਕੇ ਜਿਹੜੇ ਸਿੱਖਾਂ ਦੇ ਆਏ, ਜਿਨ੍ਹਾਂ ਨੂੰ ਬਹੁਤ ਸਾਰੇ ਸਾਡੇ ਪਿੰਡਾਂ ਦੇ ਵਿੱਚੋਂ ਵੀ, ਜਿਨ੍ਹਾਂ ਨੂੰ ਮੈਂ ਪਰਸਨਲੀ ਤੌਰ 'ਤੇ ਵੀ ਜਾਣਦਾ, ਉਹਨਾਂ ਨੇ ਆ ਕੇ ਫਿਰ ਜਲੰਧਰ ਦੇ ਵਿੱਚ ਪੂਰਾ ਇੱਕ ਰਾਊਂਡ ਲਾਇਆ, ਜਿਹਦਾ 10-12 ਟਰੱਕ ਜਿਹੜੇ ਸਿੱਖਾਂ ਦੇ ਭਰ ਕੇ ਆਏ। ਹਾਲਾਂਕਿ ਬੜਾ ਪੁਲਿਸ ਦਾ ਵੀ ਪਹਿਰਾ ਸੀ, ਫੌਜ ਦਾ ਵੀ ਪਹਿਰਾ ਸੀ, ਪਰ ਉਹਦੇ ਬਾਵਜੂਦ ਵੀ ਉਹਨਾਂ ਨੇ ਆਪਣਾ ਪੂਰਾ ਉਹ ਚੱਕਰ ਕੱਟਿਆ। ਕਿਸੇ ਤਰ੍ਹਾਂ ਦੀ ਕੋਈ ਵਾਇਲੈਂਸ ਨਹੀਂ ਕੀਤੀ। ਇੱਕ ਸੁਨੇਹਾ ਦਿੱਤਾ ਵੀ ਭਾਈ ਜੀ ਸਿੱਖ ਜਿਹੜੇ ਅਜੇ ਪੰਜਾਬ ਦੇ ਵਿੱਚ ਜਿਉਂਦੇ ਆ। ਤੇ ਇਹ ਸਾਰਾ ਜੋ ਹੋਇਆ 84 ਵਿੱਚ, ਇਹਦੇ ਕਰਕੇ ਤੁਹਾਡੇ ਆਊਟਲੁੱਕ ਬਦਲਿਆ ਜ਼ਿੰਦਗੀ ਵਿੱਚ? ਆਊਟਲੁੱਕ ਇਹ ਹੈ ਕਿ ਪਹਿਲਾਂ ਤੋਂ ਅਸੀਂ, ਸਾਡਾ ਜਿਹੜਾ ਪਰਿਵਾਰ ਹੈ ਉਹ ਧਾਰਮਿਕ ਵਿਚਾਰਾਂ ਵਾਲਾ ਹੈ। ਜਾਣੇ ਜੇ ਅਸੀਂ ਜੈਤੋਂ ਦੇ ਮੋਰਚੇ ਤੋਂ ਪਹਿਲਾਂ ਦੀ ਵੀ ਗੱਲ ਕਰੀਏ, ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਜੈਤੋਂ ਦੇ ਮੋਰਚੇ 'ਚ, ਪੰਜਾਬੀ ਸੂਬੇ ਦੇ ਮੋਰਚੇ 'ਚ, ਗੁਰੂ ਕੇ ਬਾਗ ਦੇ ਮੋਰਚੇ 'ਚ ਉਹਨਾਂ ਨੇ ਆਪਣਾ ਜਿਹੜਾ ਯੋਗਦਾਨ ਪਾਇਆ। ਅਜੇ ਵੀ ਸਾਡੇ ਕੋਲ ਸਾਰੇ ਜਿਹੜੇ ਪ੍ਰਮਾਣ ਪੱਤਰ ਹੁੰਦੇ, ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਲੈਟਰ ਦਿੱਤੇ ਜਾਂਦੇ ਆ, ਅਵਾਰਡ ਜਿਹਨਾਂ ਨੂੰ ਕਹਿੰਦੇ ਅਸੀਂ, ਉਹ ਅਜੇ ਵੀ ਸਾਡੇ ਘਰਾਂ ਦੇ ਵਿੱਚ ਮੌਜੂਦ ਨੇ ਕਿ ਕਿਵੇਂ ਸਾਡੇ ਬਜ਼ੁਰਗਾਂ ਨੇ ਉਹ ਸਾਰੇ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ। ਤੇ ਅੱਜ ਦੇ ਅਕਾਲੀਆਂ ਨੂੰ ਵੀ ਮੈਂ ਇਹ ਹਮੇਸ਼ਾ ਗੱਲ ਕਹਿੰਦਾ ਜਦੋਂ ਕਿਤੇ ਇੱਥੇ ਮਿਲਦੇ ਨੇ, ਵੀ ਸਾਡੇ ਕੋਲ ਆਪਣੇ ਬਜ਼ੁਰਗਾਂ ਦੀਆਂ ਉਹ ਨਿਸ਼ਾਨੀਆਂ ਨੇ ਜਿਹਨਾਂ ਤੇ ਉੱਤੇ ਉਹਨਾਂ ਛਾਤੀਆਂ ਦੇ ਉੱਤੇ ਅਸੀਂ ਉਹ ਨਿਸ਼ਾਨ ਦੇਖੇ ਨੇ, ਉਹਨਾਂ ਦੇ ਘੋੜਿਆਂ ਦੇ ਪੌੜਾਂ ਦੇ, ਹਨਾ, ਉਸ ਲਈ ਅਕਾਲੀ ਸੀਗੇ। ਸੋ ਕਿਉਂਕਿ ਸਾਡੀ ਵਿਰਾਸਤ, ਸਾਡਾ ਜਿਹੜਾ ਪਰਿਵਾਰ ਹੈ ਉਸ ਹਿਸਟਰੀ ਦੇ ਨਾਲ ਜੁੜਿਆ ਹੋਇਆ ਹੈ। ਤੇ ਅਸੀਂ ਜਿਹੜਾ ਪਹਿਲਾਂ ਧਰਮ ਯੁੱਧ ਮੋਰਚਾ ਲੱਗਿਆ 82 ਦੇ ਵਿੱਚ, ਉਹਦੇ 'ਚ ਵੀ ਸਾਡੇ, ਮੇਰਾ ਬ੍ਰਦਰ ਛੋਟਾ 17 ਸਾਲ ਦੀ ਉਮਰ 'ਚ ਉਹ ਮੋਰਚੇ 'ਚ ਗਏ। ਸਾਡੇ ਬਾਬਾ ਜੀ, ਉਹਨਾਂ ਦੀ ਉਮਰ ਉਸ ਵੇਲੇ 80 ਕੁ ਸਾਲ ਦੀ ਸੀ, ਉਹ ਵੀ ਉਸ ਮੋਰਚੇ 'ਚ ਗਏ। ਤੇ ਅਸੀਂ ਜਿਹੜੇ ਕੌਮੀ ਸੰਘਰਸ਼ ਸੀਗੇ ਉਹਨਾਂ ਦੇ ਵਿੱਚ ਹਮੇਸ਼ਾ ਅੱਗੇ ਰਹੇ। ਪਰ ਇਹ ਗੱਲ ਜਿਹੜੀ ਹੈ ਕਿ ਧਾਰਮਿਕ ਸੋਚ ਜਿਹੜੀ ਹੈ ਸਾਡੀ ਹਮੇਸ਼ਾ ਇਸ ਗੱਲ 'ਤੇ ਭਾਰੂ ਰਹੀ, ਇਸ ਪੱਖ ਦੇ ਉੱਤੇ ਕਿ ਅਸੀਂ ਇਸ ਮੁਲਕ ਨਾਲੋਂ ਵੱਖਰੇ ਹੋ ਕੇ ਰਹਿਣਾ ਚਾਹੁੰਦੇ ਹਾਂ। ਇਹ ਸਾਡੇ ਪਰਿਵਾਰਾਂ 'ਚ ਕਦੇ ਨਹੀਂ ਸੀ ਆਈ। ਪਰ ਜਿਸ ਦਿਨ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ, ਸਪੈਸ਼ਲੀ ਇਹ ਦਰਬਾਰ ਸਾਹਿਬ ਵਾਲਾ ਸਾਕਾ ਜਿਹੜਾ ਹੋਇਆ, ਇਸ ਤੋਂ ਬਾਅਦ ਜਿਹੜਾ ਸਿੱਖਾਂ ਦਾ ਜੈਨੋਸਾਈਡ ਹੋਇਆ ਪੰਜਾਬ ਤੋਂ ਬਾਹਰ 12 ਸਟੇਟਾਂ ਦੇ ਵਿੱਚ, ਉਸ ਤੋਂ ਬਾਅਦ ਮਨ ਦੇ ਵਿੱਚ ਕਦੀ ਇਹ ਵਿਚਾਰ ਨਹੀਂ ਆਇਆ ਵੀ ਇਹਨੂੰ ਦੁਬਾਰਾ ਸੋਚ ਲਿਆ ਜਾਵੇ ਕਿ ਸਿੱਖਾਂ ਨੂੰ ਜਿਹੜਾ ਆਪਣੇ ਰਾਜ ਭਾਗ ਦੀ ਲੋੜ ਹੈਗੀ ਹੈ ਕਿ ਨਹੀਂ ਹੈਗੀ। ਅਸੀਂ ਇਸ ਗੱਲ 'ਤੇ ਬਿਲਕੁਲ ਕਲੀਅਰ ਹਾਂ। ਅਸੀਂ ਆਪਣੇ ਬੱਚਿਆਂ ਨੂੰ ਵੀ ਇਸ ਗੱਲ ਲਈ ਅੱਜ ਪੂਰਾ ਐਜੂਕੇਟ ਕਰਦੇ ਹਾਂ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਧਰਮ ਨੇ ਆਪਣੀ ਹੋਂਦ ਨੂੰ ਬਚਾਉਣਾ ਹੈ, ਜੇ ਸਿੱਖ ਕੌਮ ਨੇ ਆਪਣੀ ਹੋਂਦ ਨੂੰ ਬਚਾਉਣਾ ਹੈ, ਤਾਂ ਉਹਨਾਂ ਨੂੰ ਰਾਜ ਭਾਗ ਦੀ ਗੱਲ ਕਰਨੀ ਪਊ।